ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਜੋ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਸ੍ਰੀ ਮੁਖ ਵਾਕਿਆ ਮਹੱਲਾ ਪੰਜਵਾਂ। ਸੱਚ ਸਬਾਦੀ ਬਾਣ ਸੱਚ, ਸੱਚੇ ਪਹਿ ਧਰਿਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਸ਼੍ਰੀ ਮੁਖ ਵਾਕਿਆ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1386 ਦੇ ਉੱਪਰ ਸੁਭਾਇਮਾਨ ਹੈ। ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਅਕਾਲ ਪੁਰਖ ਪਰਮੇਸ਼ਵਰ ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਭਾ, ਉਹਨਾਂ ਦੀ ਵਡਿਆਈ ਜਿਹੜੀ ਆ ਉਹਨੂੰ ਗਾਇਨ ਕੀਤਾ, ਜਿਸ ਵਿੱਚ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਅਕਾਲ ਪੁਰਖ ਪਰਮੇਸ਼ਵਰ ਦੇ ਦੀਵਾਨ ਦੀ, ਉਹਦੀ ਸਭਾ ਦੀ ਬਾਤ ਕੀਤੀ ਹੈ ਕਿ ਉਹਦੀ ਸਭਾ, ਉਹਦਾ ਦੀਵਾਨ ਜਿਹੜਾ ਹੈ ਉਹ ਹਮੇਸ਼ਾ ਸੱਚਾ ਹੈ ਔਰ ਉਹਦੇ ਉਸ ਦੀਵਾਨ ਦੇ ਅੰਦਰ, ਉਹਦੀ ਸਭਾ ਵਿੱਚ ਪ੍ਰਵਾਨਗੀ ਵੀ ਸੱਚਿਆਂ ਨੂੰ ਹੀ ਮਿਲਦੀ ਹੈ। ਤੇ ਜੇ ਉਹਦੇ ਦਰ ਉੱਤੇ ਕੋਈ ਝੂਠਾ ਜਾਂ ਕੋਈ ਖੋਟਾ ਜਾਣ ਦੀ ਕੋਸ਼ਿਸ਼ ਵੀ ਕਰੇ, ਯਤਨ ਵੀ ਕਰੇ, ਤੇ ਉਹ ਕਿਸੇ ਤਰ੍ਹਾਂ ਵੀ ਪ੍ਰਵਾਨਗੀ ਜਿਹੜੀ ਉਹਨਾਂ ਨੂੰ ਉੱਥੇ ਨਹੀਂ ਮਿਲਦੀ।
ਸਤਿਗੁਰੂ ਨੇ ਬਾਣੀ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਸਾਨੂੰ ਸਮਝਾਉਂਦਿਆਂ ਜ਼ਿਕਰ ਕੀਤਾ ਸੀ, ਖਰੇ ਖਜ਼ਾਨੇ ਪਾਈਆਂ ਖੋਟੇ ਸੱਟੀਆਂ ਬਾਹਰ ਵਾਰ। ਉਹ ਮਾਲਕ ਦੇ ਦਰ ਉੱਤੇ ਕੇਵਲ ਸੱਚੇ ਔਰ ਖਰੇ ਜਿਹੜੇ ਉਹੀ ਪ੍ਰਵਾਨੇ ਜਾਂਦੇ ਨੇ। ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸੱਚ ਸਭਾ ਦੀ ਬਾਣ ਸੱਚ, ਸੱਚੇ ਪਹਿ ਧਰਿਓ। ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹਦਾ ਦੀਵਾਨ ਹੈ ਉਹ ਸੱਚਾ ਤੇ ਉਹਦੀ ਸਭਾ ਵੀ ਸੱਚੀ ਹੈ। ਜਿੱਥੇ ਉਹਦੀ ਸਭਾ ਸੱਚੀ ਉਹਦਾ ਦੀਵਾਨ ਸੱਚਾ ਹੈ, ਖਿਆਲ ਕਰਿਓ ਮਾਲਕ ਪਾਤਸ਼ਾਹ ਕਹਿੰਦੇ ਉਹਨੇ ਆਪਣਾ ਆਪਾ ਜਿਹੜਾ ਉਹਨੂੰ ਰੱਖਿਆ ਵੀ ਸੱਚੇ ਗੁਰੂ ਪਾਸ ਹੀ ਹੈ, ਜਿਹਨੂੰ ਆਪਾਂ ਇਉਂ ਸਮਝ ਸਕਦੇ ਹਾਂ ਕਿ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਾਪਤੀ ਦੇ ਵਾਸਤੇ ਸਾਨੂੰ ਸੱਚ ਦਾ ਸਹਾਰਾ ਲੈਣਾ ਪਏਗਾ। ਫਿਰ ਕਿਤੇ ਜਾ ਕੇ ਅਸੀਂ ਆਪਣੇ ਜੀਵਨ ਦੇ ਅੰਦਰ ਆਪਣੀ ਜ਼ਿੰਦਗੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦਾ ਆਸਰਾ ਜਿਹੜਾ ਉਹਨੂੰ ਹਾਸਲ ਕਰ ਸਕਦੇ ਹਾਂ, ਜੇ ਸਾਡੇ ਕੋਲ ਸੱਚ ਦਾ ਸਹਾਰਾ ਹੈ। ਤੇ ਜੇ ਸਾਡੇ ਕੋਲ ਸੱਚ ਦਾ ਆਸਰਾ ਨਹੀਂ, ਸੱਚ ਦਾ ਸਹਾਰਾ ਨਹੀਂ, ਤੇ ਅਸੀਂ ਕਦੇ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਾਪਤੀ ਜਿਹੜੀ ਉਹਨੂੰ ਨਹੀਂ ਕਰ ਸਕਦੇ। ਕਿਉਂਕਿ ਜਦੋਂ ਸੱਚੇ ਦੇ ਸਹਾਰੇ ਦੀ ਬਾਤ ਆਏਗੀ, ਸੱਚੇ ਦੇ ਆਧਾਰ ਦੀ ਬਾਤ ਆਏਗੀ, ਸੱਚੇ ਦੇ ਆਸਰੇ ਦੀ ਬਾਤ ਆਏਗੀ, ਤੇ ਸੱਚੇ ਦਾ ਆਸਰਾ ਸਾਨੂੰ ਉਦੋਂ ਹੀ ਮਿਲੇਗਾ ਜਦੋਂ ਸਾਡੇ ਕੋਲ ਸੱਚ ਹੋਏਗਾ। ਝੂਠ ਦੀਆਂ ਉਮੀਦਾਂ ਉੱਤੇ ਜਾਂ ਝੂਠ ਦੀਆਂ ਬੁਨਿਆਦਾਂ ਦੇ ਉੱਤੇ ਜਾਂ ਝੂਠ ਦੇ ਸਹਾਰੇ ਉੱਤੇ ਅਸੀਂ ਕਦੇ ਸੱਚ ਦਾ ਆਸਰਾ ਨਹੀਂ ਲੈ ਸਕਦੇ। ਅਸੀਂ ਸੱਚ ਦਾ ਆਸਰਾ ਤੱਕ ਵੀ ਨਹੀਂ ਸਕਦੇ, ਕਿਉਂਕਿ ਜਿਹਦੀ ਆਰੰਭਤਾ ਹੀ ਝੂਠ ਤੋਂ ਹੋਈ ਹੈ, ਜਿਸ ਚੀਜ਼ ਦੀ, ਜਿਸ ਵਸਤੂ ਦੀ ਆਰੰਭਤਾ ਹੀ ਝੂਠ ਤੋਂ ਹੋਵੇ, ਉਹਦਾ ਮੁਕਾਮ ਕਦੇ ਸੱਚ ਹੋਏਗਾ ਇਹ ਕਦੇ ਵੀ ਨਹੀਂ ਸੋਚਿਆ ਜਾ ਸਕਦਾ। ਜਿਹਦੀ ਆਰੰਭਤਾ ਝੂਠ ਤੋਂ ਹੋਈ ਹੈ, ਉਹਦਾ ਮੁਕਾਮ, ਉਹਦਾ ਰਿਜ਼ਲਟ ਵੀ ਝੂਠ ਹੀ ਨਿਕਲਣਾ ਹੈ। ਉਹਦਾ ਕਦੇ ਰਿਜ਼ਲਟ, ਉਹਦਾ ਮੁਕਾਮ, ਉਹਦੀ ਮੰਜ਼ਲ ਕਦੇ ਸੱਚ ਨਹੀਂ ਜੇ ਹੋ ਸਕਦੀ। ਤੇ ਜੇ ਅਸੀਂ ਸੱਚ ਦੀ ਮੰਜ਼ਲ ਚਾਹੁੰਦੇ ਆ, ਸੱਚ ਦਾ ਮੁਕਾਮ ਚਾਹੁੰਦੇ ਆ, ਸੱਚਮੁੱਚ ਜੀਵਨ ਦੇ ਅੰਦਰ ਇਹ ਆਸ ਜਾਂ ਇਹ ਭਰੋਸਾ ਸਾਨੂੰ ਹੈ ਕਿ ਸਾਡੇ ਕੋਲ ਸੱਚ ਹੋਵੇ, ਸਾਡੇ ਕੋਲ ਸੱਚ ਦਾ ਸਹਾਰਾ ਤੇ ਸੱਚ ਦਾ ਆਧਾਰ ਹੋਵੇ, ਫਿਰ ਖਿਆਲ ਕਰਿਓ ਸਾਨੂੰ ਆਰੰਭਤਾ ਵੀ ਸੱਚ ਤੋਂ ਹੀ ਕਰਨੀ ਪੈਣੀ ਹੈ। ਮਾਲਕ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸਭਾ ਵੀ ਸੱਚੀ ਭਾਈ, ਉਹਦਾ ਦੀਵਾਨ ਵੀ ਸੱਚਾ, ਤੇ ਉਹਨੇ ਆਪਣਾ ਆਪ ਰੱਖਿਆ ਵੀ ਸੱਚੇ ਗੁਰੂ ਦੇ ਕੋਲ ਹੈ। ਤੇ ਗੁਰੂ ਦੀ ਕਿਰਪਾ ਸਦਕਾ ਹੀ, ਗੁਰੂ ਦੀ ਬਖਸ਼ਿਸ਼ ਸਦਕਾ ਹੀ ਅਸੀਂ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਜਿਹੜਾ ਮਿਲਾਪ ਹੈ ਉਹਨੂੰ ਹਾਸਲ ਕਰ ਸਕਦੇ ਹਾਂ, ਉਹਦੀ ਪ੍ਰਾਪਤੀ ਹੋ ਸਕਦੀ ਹੈ। ਜਿਹਨੂੰ ਮਾਲਕ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੀ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨੇ ਧੁਰੇ ਪਿਆ ਸੰਜੋਗ। ਹੁਣ ਉਹ ਸੰਜੋਗ ਦਾ ਸੁਖ ਉਹੀ ਮੰਨਣਗੇ ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ, ਗੁਰੂ ਦੀ ਰਹਿਮਤ ਦੇ ਪਾਤਰ ਬਣ ਗਏ। ਕਿਉਂਕਿ ਗੁਰੂ ਨੇ ਆਪ ਕਿਰਪਾ ਕਰਕੇ, ਵਿਸ਼ਟ ਬਣ ਕੇ, ਵਿਚੋਲਾ ਬਣ ਕੇ ਉਹਨੇ ਸਾਡੀ ਤੇ ਪ੍ਰਮਾਤਮਾ ਦੇ ਸਾਕ ਨੂੰ, ਸਾਡੇ ਤੇ ਪ੍ਰਮਾਤਮਾ ਦੇ ਸੰਬੰਧ ਨੂੰ ਜੋੜਨਾ ਹੈ। ਤੇ ਗੁਰੂ ਕਿਰਪਾ ਕਰਦਾ ਹੈ, ਗੁਰੂ ਰਹਿਮਤ ਕਰਕੇ ਸਾਡੇ ਔਗਣਾਂ ਤੇ ਪਰਦਾ ਪਾਉਂਦਾ ਹੈ, ਗੁਰੂ ਰਹਿਮਤ ਕਰਕੇ ਸਾਡੇ ਔਗਣਾਂ ਨੂੰ ਛੁਪਾ ਲੈਂਦਾ ਹੈ, ਗੁਰੂ ਬਖਸ਼ਿਸ਼ ਕਰਕੇ ਸਾਡੇ ਔਗਣਾਂ ਤੇ ਪਰਦਾ ਪਾਉਂਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਪ੍ਰਵਾਨਗੀ ਸਾਨੂੰ ਦਿਵਾਉਂਦਾ ਹੈ। ਤੇ ਮਾਲਕ ਜੀ ਨੇ ਜ਼ਿਕਰ ਕੀਤਾ, ਭਾਈ ਅਕਾਲ ਪੁਰਖ ਦੇ ਮਿਲਾਪ ਦਾ ਸਾਨੂੰ ਚਾਹ ਹੈ, ਇੱਛਾ ਹੈ। ਇੱਥੇ ਥੋੜਾ ਜਿਹਾ ਤਵੱਜੋ ਦੇ ਕੇ ਸਮਝਿਓ। ਧਰਮ ਦੀ ਦੁਨੀਆ ਵਿੱਚ ਜਿਹੜਾ ਆਸਤਿਕ ਬੰਦਾ ਹੈ, ਜਿਹਨੂੰ ਪ੍ਰਮਾਤਮਾ ਦੇ ਉੱਤੇ ਭਰੋਸਾ ਤੇ ਵਿਸ਼ਵਾਸ ਹੈ, ਜਿਹੜਾ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੈ, ਕਿਤੇ ਨਾ ਕਿਤੇ ਜਾ ਕੇ ਉਹਦੇ ਮਨ ਵਿੱਚ ਇੱਕ ਆਸ, ਉਹਦੇ ਮਨ ਅੰਦਰ ਇੱਕ ਵਿਚਾਰ ਪੈਦਾ ਹੁੰਦੀ ਵੀ ਮੈਂ ਅਕਾਲ ਪੁਰਖ ਨੂੰ, ਪਰਮੇਸ਼ਵਰ ਨੂੰ, ਰੱਬ ਨੂੰ, ਅੱਲਾ ਨੂੰ, ਭਗਵਾਨ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰਾਂ। ਪਹਿਲੋਂ ਜ਼ਿਕਰ ਕੀਤਾ ਮੈਂ ਕਿ ਆਸਤਕ ਇਨਸਾਨ ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਹੈ, ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂ, ਉਹਦੇ ਮਨ ਵਿੱਚ ਇਹ ਵਿਚਾਰ ਕਦੇ ਪੈਦਾ ਨਹੀਂ ਹੋਏਗੀ ਵੀ ਮੈਂ ਰੱਬ ਨੂੰ ਮਿਲਾਂ ਜਾਂ ਰੱਬ ਨਾਲ ਮੇਰਾ ਮਿਲਾਪ ਹੋਵੇ।
ਜਾਂ ਰੱਬ ਨਾਲ ਮੇਰਾ ਮੇਲ ਹੋਵੇ, ਉਹਦੇ ਮਨ ਵਿੱਚ ਐਸੀ ਵਿਚਾਰ ਕਦੇ ਨਹੀਂ ਉਪਜਣੇ, ਕਿਉਂਕਿ ਉਹ ਹੈ ਹੀ ਨਾਸਤਿਕ ਹੈ। ਉਹਦੇ ਮਨ ਅੰਦਰ ਐਸੀ ਵਿਚਾਰ ਉਪਜ ਹੀ ਨਹੀਂ ਸਕਦੀ ਜਿਹੜੀ ਹੋਂਦ ਨੂੰ ਉਹ ਮੰਨਦਾ ਹੀ ਨਹੀਂ, ਜਿਸ ਦੀ ਹੋਂਦ ਨੂੰ ਉਹਨੇ ਆਪਣੇ ਜੀਵਨ ਅੰਦਰ ਕਦੇ ਪ੍ਰਵਾਨਿਆ ਹੀ ਨਹੀਂ, ਉਹਦੇ ਨਾਲ ਮਿਲਾਪ ਦੀ ਆਸ ਉਹ ਕਦੇ ਕਰ ਵੀ ਨਹੀਂ ਸਕਦਾ। ਇਸ ਲਈ ਪਹਿਲੋਂ ਆਪ ਜੀ ਦੇ ਅੱਗੇ ਮੈਂ ਬੇਨਤੀ ਕੀਤੀ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਹੋਂਦ ਨੂੰ ਜੋ ਮੰਨਦਾ ਹੈ, ਜਿਹੜਾ ਆਸਤਿਕ ਬੰਦਾ ਉਹਦੀ ਹੋਂਦ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਵਾਨਦਾ ਹੈ, ਭਾਈ ਵਾਕਈ ਸੱਚਮੁੱਚ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹਦੀ ਹੋਂਦ ਹੈ, ਉਹਨੇ ਸਭਨਾ ਜੀਵਾਂ ਦੇ ਅੰਦਰ ਆਪਣਾ ਆਪਾ ਜਿਹੜਾ ਉਹਨੂੰ ਟਿਕਾਇਆ ਹੈ, ਸਾਰੇ ਜੀਵਾਂ ਦੇ ਉੱਤੇ ਉਹ ਰਹਿਮਤ ਉਹ ਬਖਸ਼ਿਸ਼ ਪਿਆ ਕਰਦਾ ਹੈ। ਉਹ ਜੀਵ ਆਪਣੇ ਜੀਵਨ ਦੇ ਅੰਦਰ ਜਿਸ ਤਰ੍ਹਾਂ ਦਾ ਮਰਜ਼ੀ ਉਹਦੀ ਜ਼ਿੰਦਗੀ ਜਿਵੇਂ ਦੀ ਮਰਜ਼ੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਧਰਮ ਦੀ ਬਾਤ ਚੱਲਦੀ ਤੇ ਉਹਦੇ ਮਨ ਵਿੱਚ ਆਸ ਉਪਜਦੀ ਹੈ ਕਿ ਮੈਨੂੰ ਅਕਾਲ ਪੁਰਖ ਪਰਮੇਸ਼ਵਰ ਰੱਬ ਜਿਹੜਾ ਉਹ ਪ੍ਰਾਪਤ ਹੋਵੇ, ਉਹਦੀ ਹਾਸਲਤਾ ਮੈਂ ਆਪਣੇ ਜੀਵਨ ਵਿੱਚ ਕਰ ਸਕਾਂ। ਫਿਰ ਉਹ ਰੱਬ ਨੂੰ ਹਾਸਲ ਕਰਨ ਲਈ ਯਤਨ ਕਰਦਾ ਹੈ, ਕੋਸ਼ਿਸ਼ ਕਰਦਾ ਹੈ, ਬੜੇ ਤਰ੍ਹਾਂ ਦੇ ਉਪਰਾਲੇ ਕਰਦਾ, ਪਰ ਅਫਸੋਸ ਕਿ ਉਹ ਇਸ ਸਮਝ ਤੋਂ, ਇਸ ਸੋਝੀ ਤੋਂ ਕੋਹਾਂ ਦੂਰੀ ਤੇ ਬੈਠਾ ਹੈ ਕਿ ਜਿਸ ਢੰਗ ਦੇ ਨਾਲ ਮੈਂ ਅਕਾਲ ਪੁਰਖ ਦੀ ਪ੍ਰਾਪਤੀ ਕਰਨਾ ਚਾਹੁੰਦਾ, ਇਹ ਢੰਗ ਇਹ ਤਰੀਕਾ ਵਰਤ ਕੇ ਕਦੇ ਪ੍ਰਾਪਤੀ ਮੈਂ ਕਰ ਨਹੀਂ ਸਕਦਾ। ਕਿਉਂ? ਕਿਉਂਕਿ ਮੈਂ ਝੂਠ ਦੇ ਆਧਾਰ ਉੱਤੇ ਜ਼ਿੰਦਗੀ ਜਿਉਂ ਰਿਹਾ। ਜਿਹਨੂੰ ਸਤਿਗੁਰੂ ਜੀ ਨੇ ਜ਼ਿਕਰ ਕਰਦੇ ਆ, ਸਾਡੀ ਜ਼ਿੰਦਗੀ ਵਿਚਲੇ ਝੂਠ ਸਾਡੇ ਸਾਹਮਣੇ ਰੱਖੇ ਸੀ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਆ ਸਾਰੇ ਦੇ ਸਾਰੇ ਬਚਨਾਂ ਵਿੱਚ ਮਾਲਕ ਪਾਤਸ਼ਾਹ ਨੇ ਇੱਕੋ ਗੱਲ ਪ੍ਰਗਟ ਕਰਕੇ ਸਾਡੇ ਸਾਹਮਣੇ ਰੱਖੀ ਸੀ ਕਿ ਅਕਾਲ ਪੁਰਖ ਪਰਮੇਸ਼ਵਰ ਪ੍ਰਮਾਤਮਾ ਜੀ, ਤੇਰੇ ਤੋਂ ਬਿਨਾਂ ਸੰਸਾਰ ਤੇ ਜੋ ਵੇਖੀਏ ਉਹ ਝੂਠ ਹੀ ਹੈ, ਤੇ ਇਨਸਾਨ ਆਪਣੀ ਜ਼ਿੰਦਗੀ ਕਿਹਦੇ ਆਧਾਰ ਤੇ ਜਿਉਂ ਰਿਹਾ ਹੈ? ਸਿਰਫ ਝੂਠ ਦੇ ਸਹਾਰੇ ਹੀ ਜ਼ਿੰਦਗੀ ਜਿਉਂ ਰਿਹਾ ਨਾ। ਇਹਨੂੰ ਆਪਣੇ ਸੱਤਾ ਦੇ ਉੱਤੇ ਮਾਣ, ਇਹਨੂੰ ਆਪਣੇ ਸੋਨੇ ਚਾਂਦੀ ਗਹਿਣਿਆਂ ਉੱਤੇ ਮਾਣ, ਇਹਨੂੰ ਆਪਣੇ ਪਰਿਵਾਰ ਉੱਤੇ ਮਾਣ, ਇਹਨੂੰ ਆਪਣੇ ਹੋਰ ਰਿਸ਼ਤੇਦਾਰ ਸਾਕ ਸੰਬੰਧੀਆਂ ਉੱਤੇ ਮਾਣ ਹੈ, ਤੇ ਉਹ ਝੂਠ ਦਾ ਹੀ ਆਧਾਰ ਨਾ, ਝੂਠ ਦਾ ਹੀ ਆਸਰਾ। ਤੇ ਜਿਹੜਾ ਝੂਠ ਦੇ ਆਸਰੇ ਉੱਤੇ ਜਿਉਂ ਰਿਹਾ, ਉਹ ਜ਼ਿੰਦਗੀ ਵਿੱਚ ਸੱਚ ਦੀ ਪ੍ਰਾਪਤੀ ਕਿੱਦਾਂ ਕਰ ਸਕਦਾ? ਸੱਚ ਦੀ ਪ੍ਰਾਪਤੀ ਤੋਂ ਤੇ ਉਹ ਕੋਹਾਂ ਦੂਰੀ ਤੇ ਬੈਠਾ। ਜਿਹੜਾ ਇਨਸਾਨ ਆਪਣੇ ਜੀਵਨ ਦੇ ਅੰਦਰ ਅਜੇ ਤੱਕ ਸੱਚ ਦੇ ਮਾਰਗ ਉੱਤੇ ਤੁਰਿਆ ਹੀ ਨਹੀਂ, ਜਿਨੇ ਸੱਚ ਦਾ ਮਾਰਗ ਅਜੇ ਤੱਕ ਆਪਣੇ ਜੀਵਨ ਵਿੱਚ ਤੱਕਿਆ ਹੀ ਨਹੀਂ, ਉਹ ਜ਼ਿੰਦਗੀ ਦੇ ਵਿੱਚ ਸੱਚ ਦੀ ਪ੍ਰਾਪਤੀ ਕਰੇਗਾ, ਉਹਨੂੰ ਸੱਚ ਦੀ ਪ੍ਰਾਪਤੀ ਜੀਵਨ ਵਿੱਚ ਹੋਏਗੀ। ਅਸੀਂ ਕੀ ਉਮੀਦ ਕਰ ਸਕਦੇ ਹਾਂ? ਕੋਈ ਉਮੀਦ ਨਹੀਂ ਹੈ। ਤੇ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਹੈ ਹੀ ਸੱਚਾ, ਉਹ ਤੇ ਸਦੀਵ ਹੋਂਦ ਵਾਲਾ ਹੈ। ਉਹਦੀ ਤੇ ਹੋਂਦ ਨੂੰ ਅਸੀਂ ਕਦੇ ਇਨਕਾਰ ਕਰ ਹੀ ਨਹੀਂ ਸਕਦੇ, ਉਹਦੀ ਹੋਂਦ ਤੋਂ ਅਸੀਂ ਕਦੇ ਮੁਨਕਰ ਹੋ ਹੀ ਨਹੀਂ ਸਕਦੇ। ਜਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਇੱਥੇ ਆ ਕੇ ਝੂਠਾ ਸਾਬਤ ਹੋ ਗਿਆ ਜੀ, ਰੱਬ ਨੇ ਇੱਥੇ ਆ ਕੇ ਝੂਠ ਦਾ ਆਧਾਰ ਜਾਂ ਝੂਠ ਦਾ ਸਹਾਰਾ ਲਿਆ। ਅਸੀਂ ਇਹ ਚੀਜ਼ਾਂ ਕਦੇ ਬਿਆਨ ਨਹੀਂ ਕਰ ਸਕਦੇ। ਤੇ ਮਾਲਕ ਜੀ ਨੇ ਜ਼ਿਕਰ ਕੀਤਾ, ਕਹਿੰਦੇ ਖਿਆਲ ਕਰੀ ਸੱਜਣਾ, ਉਸ ਅਕਾਲ ਪੁਰਖ ਦੀ ਸਭਾ ਵੀ ਸੱਚੀ, ਉਹਦਾ ਦੀਵਾਨ ਵੀ ਸੱਚਾ, ਤੇ ਚੇਤੇ ਰੱਖੀ ਉਹਨੇ ਜਦੋਂ ਆਪਣਾ ਆਪਾ ਟਿਕਾਇਆ, ਉਹਨੇ ਜਦੋਂ ਆਪਣਾ ਆਪਾ ਰੱਖਿਆ, ਉਹਨੇ ਜਦੋਂ ਆਪਣਾ ਆਪਾ ਬਖਸ਼ਿਸ਼ ਕੀਤਾ, ਸੌਂਪਿਆ, ਤੇ ਉਹ ਸੌਂਪਿਆ ਵੇ ਸੱਚੇ ਗੁਰੂ ਨੂੰ ਹੀ ਹੈ। ਤੇ ਹੁਣ ਸੱਚੇ ਗੁਰੂ ਦੇ ਕੋਲੋਂ ਜਿਹਨੇ ਰੱਬ ਨੂੰ ਹਾਸਲ ਕਰਨਾ, ਉਹਨੂੰ ਸੱਚ ਦਾ ਹੀ ਸਹਾਰਾ ਲੈਣਾ ਪਏਗਾ। ਤੇ ਇਸੇ ਕਰਕੇ ਸਤਿਗੁਰੂ ਜੀ ਨੇ ਆਖਿਆ ਸੀ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰੂ ਨੇ ਦੱਸਣਾ ਨਾ ਵੀ ਸੱਜਣਾ ਤੇਰਾ ਰਸਤਾ ਠੀਕ ਨਹੀਂ ਹੈ। ਗੁਰੂ ਨੇ ਦੱਸਣਾ, ਭਾਈ ਤੂੰ ਝੂਠ ਦੇ ਆਧਾਰ ਉੱਤੇ ਚੱਲ ਰਿਹਾ ਹੈ, ਆ ਮਾਰਗ ਆ ਰਾਹ ਠੀਕ ਨਹੀਂ ਹੈ, ਤੂੰ ਆਪਣੇ ਜੀਵਨ ਦੇ ਅੰਦਰ ਸੱਚ ਦਾ ਆਧਾਰ ਲੈ, ਸੱਚ ਦਾ ਆਸਰਾ ਲੈ, ਫਿਰ ਕਿਤੇ ਜਾ ਕੇ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਤੈਨੂੰ ਹੋਏਗਾ। ਆਪਣੇ ਜੀਵਨ ਦੇ ਅੰਦਰ ਅਸੀਂ ਜਿੰਨਾ ਛੇਤੀ ਤੇ ਜਿੰਨੀ ਜਲਦੀ ਸੱਚ ਦਾ ਆਧਾਰ, ਸੱਚ ਦਾ ਆਸਰਾ ਲੈ ਲਾਂਗੇ, ਓਨੀ ਹੀ ਜਲਦੀ ਅਸੀਂ ਸੱਚ ਦੇ ਦਰ ਤੇ ਪ੍ਰਵਾਨੇ ਜਾਵਾਂਗੇ। ਕਿਤੇ ਨਾ ਕਿਤੇ ਜਾ ਕੇ ਜਾਂ ਕਹਿ ਸਕਦੇ ਹਾਂ ਵੀ ਸਾਨੂੰ ਇਹ ਗੱਲ ਪ੍ਰਵਾਨਣੀ ਪਏਗੀ, ਇਹ ਗੱਲ ਮੰਨਣੀ ਪਏਗੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਸੱਚ ਦੀ ਟੇਕ ਤੋਂ, ਸੱਚ ਦੇ ਸਹਾਰੇ ਤੋਂ ਪਾਸੇ ਹਾਂ, ਉਹਨਾਂ ਚਿਰ ਜੀਵਨ ਦੇ ਅੰਦਰ ਸਾਨੂੰ ਸਾਡਾ ਕੋਈ ਮੁਕਾਮ, ਮੰਜ਼ਿਲ ਸੱਚ ਦੇ ਰੂਪ ਵਿੱਚ ਮਿਲੇ, ਇਹ ਨਾਮੁਮਕਿਨ ਹੈ। ਇਹ ਗੱਲ ਕਿਤੇ ਨਾ ਕਿਤੇ ਜਾ ਕੇ ਸਾਨੂੰ ਮੰਨਣੀ ਪਏਗੀ। ਹੁਣ ਸੱਚੇ ਨੇ ਤੇ ਆਪਣਾ ਆਪਾ ਟਿਕਾ ਦਿੱਤਾ ਹੈ।
ਸੱਚ ਦਾ ਕਰਮ ਹੈ ਸਮਾਜ ਵਿੱਚ ਪ੍ਰਗਟ ਹੋਣਾ, ਝੂਠ ਦਾ ਕਰਮ ਹੈ ਸਮਾਜ ਵਿੱਚੋਂ ਨਾਸ਼ ਹੋ ਜਾਣਾ। ਖਿਆਲ ਕਰਿਓ, ਸੱਚ ਦਾ ਕੰਮ ਹੈ ਸਮਾਜ ਵਿੱਚ ਪ੍ਰਗਟ ਹੋਣਾ, ਭਾਵੇਂ ਅੱਜ ਹੋ ਜਾਏ ਤੇ ਭਾਵੇਂ ਕੱਲ ਹੋ ਜਾਏ। ਤੇ ਝੂਠ ਦਾ ਕਰਮ ਹੈ ਸਮਾਜ ਵਿੱਚ ਨਾਸ਼ਵਾਨਤਾ, ਨਾਸ਼ ਹੋਣਾ, ਉਹ ਵੀ ਭਾਵੇਂ ਅੱਜ ਹੋ ਜਾਏ ਤੇ ਭਾਵੇਂ ਕੱਲ ਨੂੰ ਹੋ ਜਾਏ। ਜੇ ਅਸੀਂ ਝੂਠ ਬੋਲ ਕੇ ਕਿਸੇ ਚੀਜ਼ ਦਾ ਸਹਾਰਾ ਲੈ ਰਹੇ ਹਾਂ ਤੇ ਚੇਤਾ ਰੱਖਿਓ ਝੂਠ ਨੇ ਨਾਸ਼ ਹੋ ਜਾਣਾ, ਸਾਡਾ ਸਹਾਰਾ ਵੀ ਟੁੱਟ ਜਾਣਾ ਹੈ। ਸੱਚ ਬੋਲ ਕੇ ਅਸੀਂ ਕਿਸੇ ਚੀਜ਼ ਦਾ ਸਹਾਰਾ ਲੈ ਰਹੇ ਹਾਂ, ਪਰ ਸਮਾਜ ਉਸ ਗੱਲ ਨੂੰ, ਉਸ ਬਾਤ ਨੂੰ ਸਮਝ ਕੋਈ ਨਹੀਂ ਰਿਹਾ। ਤੇ ਚੇਤੇ ਰੱਖਿਓ ਇੱਕ ਦਿਨ ਸੱਚ ਸਾਹਮਣੇ ਆਏਗਾ, ਤੇ ਜਿਸ ਦਿਨ ਸੱਚ ਸਾਹਮਣੇ ਆਏਗਾ ਉਸ ਦਿਨ ਸਮਾਜ ਹੋ ਸਕਦਾ ਹੈ ਮਸਤਕ ਉੱਤੇ, ਆਪਣੇ ਮੱਥੇ ਉੱਤੇ ਹੱਥ ਮਾਰ ਕੇ ਪਛਤਾਉਂਦਾ ਰਹੇ, ਪਰ ਉਦੋਂ ਉਹਨਾਂ ਕੋਲ ਸਿਵਾਏ ਪਛਤਾਵੇ ਤੋਂ ਕੁਝ ਨਾ ਹੋਵੇ। ਕਿਉਂਕਿ ਕਈ ਵਾਰੀ ਐਸਾ ਹੁੰਦਾ ਹੈ ਕਿ ਝੂਠ ਆਪਣੇ ਪੈਰ ਇੰਨੇ ਕੁ ਪਸਾਰ ਲੈਂਦਾ ਹੈ ਕਿ ਝੂਠ ਦੇ ਸਨਮੁਖ ਸੱਚ ਜਿਹੜਾ ਉਹ ਫਿੱਕਾ ਲੱਗਣ ਲੱਗ ਜਾਂਦਾ ਹੈ। ਪਰ ਝੂਠ ਦੇ ਪਸਾਰੇ ਹੋਏ ਪੈਰ ਬਹੁਤੇ ਚਿਰ ਦੇ ਨਹੀਂ, ਉਹ ਕਿਤੇ ਨਾ ਕਿਤੇ ਜਾ ਕੇ ਉਹ ਝੂਠ ਜਿਹੜਾ ਉਹਨੇ ਨਾਸ਼ ਹੋ ਜਾਣਾ, ਉਹਨੇ ਮੁੱਕ ਜਾਣਾ, ਤੇ ਸੱਚ ਜਿਹੜਾ ਉਹਦਾ ਪ੍ਰਗਟ ਰੂਪ ਸਮਾਜ ਦੇ ਸਾਹਮਣੇ ਆ ਜਾਣਾ ਹੈ। ਅਕਾਲ ਪੁਰਖ ਨੇ ਆਪਣਾ ਸੱਚਾ ਸਵਰੂਪ, ਆਪਣਾ ਸੱਚਾ ਰੂਪ ਗੁਰੂ ਨੂੰ ਸਮਰਪਿਤ ਕਰ ਦਿੱਤਾ, ਗੁਰੂ ਅੱਗੇ ਰੱਖ, ਗੁਰੂ ਨੂੰ ਦੇ ਦਿੱਤਾ। ਪਰਮੇਸ਼ਵਰ ਤੇ ਅਕਾਲ ਪੁਰਖ ਤੇ ਗੁਰੂ ਇੱਕ ਸਵਰੂਪ ਨੇ। ਤੇ ਹੁਣ ਜੇ ਅਸੀਂ ਸੱਚ ਦਾ, ਅਕਾਲ ਪੁਰਖ ਦੀ ਪ੍ਰਾਪਤੀ ਤੇ ਉਹਦਾ ਮੇਲ ਚਾਹੁੰਦੇ ਆ, ਤੇ ਫਿਰ ਸਾਨੂੰ ਵੀ ਸੱਚ ਦਾ ਆਸਰਾ ਤੇ ਆਧਾਰ ਲੈਣਾ ਹੀ ਪਏਗਾ। ਇਹਦੇ ਤੋਂ ਬਿਨਾਂ ਅਸੀਂ ਕਦੇ ਵੀ ਆਪਣੇ ਜੀਵਨ ਦੇ ਅੰਦਰ ਸੱਚ ਦਾ, ਪਰਮੇਸ਼ਵਰ ਦਾ ਸਹਾਰਾ ਜਿਹੜਾ ਉਹਨੂੰ ਕਦੇ ਤੱਕ ਵੀ ਨਹੀਂ ਸਕਦੇ, ਲੈ ਵੀ ਨਹੀਂ ਸਕਦੇ। ਇਸ ਲਈ ਸਾਡੀ ਜੀਵਨ ਦੇ ਅੰਦਰ ਕੋਸ਼ਿਸ਼ ਜਿਹੜੀ, ਯਤਨ ਜਿਹੜਾ ਉਹ ਇਹ ਹੋਵੇ, ਸੱਚ ਹੈ, ਸੱਚ ਬੋਲ ਕੇ ਹੀ ਅਸੀਂ ਕਿਸੇ ਚੀਜ਼ ਦਾ ਸਹਾਰਾ ਤੇ ਆਧਾਰ ਤੱਕੀਏ। ਐਵੇਂ ਝੂਠ ਦੇ ਸਹਾਰੇ ਉੱਤੇ ਕਰਮ ਕਮਾਉਣ ਦਾ ਕੀ ਲਾਭ। ਐਵੇਂ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਆਖਿਆ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਭਾਈ ਜਦੋਂ ਵੀ ਕਿਤੇ ਸਮਾਂ ਮਿਲੇ, ਜਦੋਂ ਵੀ ਕਿਤੇ ਮੌਕਾ ਮਿਲੇ, ਸਬੱਬ ਬਣੇ ਤੇ ਸੱਚ ਦਾ ਆਧਾਰ, ਸੱਚ ਦਾ ਆਸਰਾ ਲੈ ਕੇ ਚੱਲੀ, ਕਿਉਂਕਿ ਇਹੀ ਤੇਰਾ ਧਰਮ ਹੈ। ਸੱਚ ਨੂੰ ਕਮਾਉਣਾ, ਸੱਚ ਨੂੰ ਅਪਣਾਉਣਾ ਤੇ ਸੱਚ ਨੂੰ ਹੀ ਜ਼ਿੰਦਗੀ ਵਿੱਚ ਵਸਾਉਣਾ, ਸੱਜਣਾ ਇਹ ਤੇਰਾ ਧਰਮ ਹੈ। ਝੂਠ ਭਾਵੇਂ ਅੱਜ ਤੱਕ ਲਾ ਤੇ ਭਾਵੇਂ ਕੱਲ ਤੱਕ ਲਈ, ਇਹ ਧਰਮ ਨਹੀਂ, ਇਹ ਅਧਰਮ ਦੇ ਵਿੱਚ ਹੀ ਗਿਣਿਆ ਜਾਏਗਾ। ਸੱਚ ਦਾ ਸਹਾਰਾ ਸਾਡੇ ਜੀਵਨ ਵਿੱਚ ਲਾਜ਼ਮੀ ਹੈ। ਜਿੰਨੀ ਜਲਦੀ ਸੱਚ ਨੂੰ ਸਮਝ ਲਵਾਂਗੇ ਓਨਾ ਹੀ ਸਾਡਾ ਲਾਭ ਹੈ, ਕਿਉਂਕਿ ਸੱਚ ਦੀ ਹੋਂਦ ਨੂੰ ਅਸੀਂ ਕਦੇ ਮਿਟਾ ਨਹੀਂ ਸਕਦੇ। ਸੱਚ ਦੀ ਹੋਂਦ ਨੂੰ ਸਮਝ ਲੈਣਾ ਤੇ ਮੰਨ ਲੈਣਾ ਹੀ ਸਾਡੇ ਜੀਵਨ ਦੇ ਅੰਦਰ ਸਾਡੇ ਸਕੂਨ ਦਾ, ਸਾਡੇ ਸੁੱਖ ਦਾ ਇੱਕ ਕਾਰਨ ਬਣ ਸਕਦਾ। ਜਿਵੇਂ ਇੱਕ ਨਿੱਕੀ ਜੀ ਮੈਂ ਉਦਾਹਰਨ ਰੱਖਦਾ ਚੱਲਾਂ, ਕੋਈ ਜੀਵ ਸੰਸਾਰਿਕ ਤੌਰ ਤੇ ਸਾਡੇ ਨਾਲ ਬੜੇ ਲੰਮੇ ਸਮੇਂ ਤੋਂ ਉਹ ਬਤੀਤ ਕਰ ਰਿਹਾ ਆਪਣਾ ਜੀਵਨ। ਹੁਣ ਉਹ ਜੀਵਨ ਬਤੀਤ ਕਰਦਾ ਹੋਇਆ ਅਚਾਨਕ ਚੱਕ ਕੋਈ ਐਸੀ ਘਟਨਾ ਵਾਪਰੇ, ਉਹ ਸਾਡੇ ਕੋਲੋਂ ਦੂਰ ਹੋ ਜਾਏ, ਸਾਡੇ ਕੋਲੋਂ ਜਿਹੜਾ ਉਹ ਪਾਸੇ ਚਲਾ ਜਾਏ, ਜਾਂ ਇਉਂ ਕਹਿ ਲਈਏ ਵੀ ਸਰੀਰਕ ਤੌਰ ਉੱਤੇ ਉਹ ਸੰਸਾਰ ਤੋਂ ਚਲਾ ਜਾਏ। ਹੁਣ ਹੈ ਤੇ ਸੱਚ ਭਾਈ, ਉਹ ਸਰੀਰਕ ਤੌਰ ਤੇ ਚਲਾ ਗਿਆ। ਅਸੀਂ ਜਿੰਨਾ ਚਿਰ ਇਸ ਸੱਚ ਨੂੰ ਮੰਨਣ ਤੋਂ ਇਨਕਾਰੀ ਹੋਵਾਂਗੇ ਉਹਨਾਂ ਚਿਰ ਹੀ ਦੁਖੀ ਆ। ਜਿੱਦਣ ਮੰਨ ਲਾਂਗੇ ਵੀ ਹਾਂ ਭਾਈ ਸੱਚ ਹੈ, ਉਹ ਚਲੇ ਗਿਆ, ਉਦੋਂ ਸਾਡੇ ਜੀਵਨ ਵਿੱਚੋਂ ਦੁੱਖ, ਸਾਡੇ ਜੀਵਨ ਵਿਚਲੀ ਤਕਲੀਫ ਜਿਹੜੀ ਹੈ ਉਹ ਮੁੱਕ ਜਾਏਗੀ। ਅਸੀਂ ਉਹਨਾਂ ਚਿਰ ਹੀ ਦੁਖੀ ਹੁੰਨੇ ਆ, ਉਹਨਾਂ ਚਿਰ ਹੀ ਅਸੀਂ ਤਕਲੀਫ ਵਿੱਚ ਆ, ਜਿੰਨਾ ਚਿਰ ਸਾਡਾ ਮਨ ਬੀਤੀ ਹੋਈ ਘਟਨਾ ਨੂੰ ਮੰਨ ਨਹੀਂ ਲੈਂਦਾ, ਜਿੰਨਾ ਚਿਰ ਇਹਨੂੰ ਲੱਗਦਾ ਇਹ ਅਣਹੋਣੀ ਹੈ, ਜਿੰਨਾ ਚਿਰ ਇਸ ਮਨ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਨਹੀਂ ਹੋ ਸਕਦਾ, ਉਹਨਾਂ ਚਿਰ ਮਨ ਦੁਖੀ ਹੈ। ਹਾਂ, ਜਦੋਂ ਉਸ ਘਟਨਾ ਨੂੰ ਮਨ ਮੰਨ ਲੈਂਦਾ, ਵੇਖ ਲਓ ਜੀਵਨਾਂ ਦੇ ਵਿੱਚ ਫਿਰ ਕਾਹਦੀ ਤਕਲੀਫ, ਕਾਹਦਾ ਦੁੱਖ। ਮਨ ਮੰਨ ਗਿਆ ਵੀ ਸੱਚ ਹੈ ਇਹ ਭਾਈ, ਇਹਦੇ ਤੋਂ ਮੈਂ ਮੁਨਕਰ ਨਹੀਂ ਹੋ ਸਕਦਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੈ। ਹੁਣ ਜਿਹੜੀ ਇਹ ਘਟਨਾ ਹੈ ਸਰੀਰਕ ਤੌਰ ਤੇ ਕਿਸੇ ਦਾ ਚਲੇ ਜਾਣਾ, ਅਸੀਂ ਕਿੰਨੇ ਕੁ ਦੇਰ ਇਨਕਾਰੀ ਹੋ ਕੇ ਬੈਠੇ ਰਵਾਂਗੇ। ਜਿੰਨੀ ਦੇਰ ਇਨਕਾਰੀ ਹੋ ਕੇ ਬੈਠੇ ਰਵਾਂਗੇ ਵੀ ਇਹ ਨਹੀਂ ਜੀ, ਇਹ ਅਜੇ ਸਾਡੇ ਕੋਲ ਸਮਾਜ ਵਿੱਚ ਸਾਡੇ ਨਾਲ ਮੌਜੂਦ ਹੈ, ਉਹਨਾਂ ਚਿਰ ਕੀ ਹੋਏਗਾ, ਅਸੀਂ ਮ੍ਰਿਤਕ ਦੇਹ ਨੂੰ ਸਾਂਭਦੇ ਫਿਰਾਂਗੇ, ਸੰਭਾਲਦੇ ਹੋਏ ਉਹਨੂੰ ਵੇਖ ਵੇਖ ਕੇ ਕੁਰਲਾਉਂਦੇ ਫਿਰਾਂਗੇ, ਰੋਂਦੇ ਫਿਰਾਂਗੇ, ਦੁਖੀ ਹੁੰਦੇ ਫਿਰਾਂਗੇ। ਤੇ ਫਿਰ ਦੁਖੀ ਹੁੰਦਿਆਂ ਹੋਇਆਂ ਆਖਿਰਕਾਰ ਇਹ ਮੰਨਣਾ ਹੀ ਪਏਗਾ ਨਾ ਵੀ ਨਹੀਂ ਭਾਈ ਹੁਣ ਨਹੀਂ ਇਹ ਸਾਡੇ ਵਿੱਚ ਮੌਜੂਦ। ਇਸ ਦੇਹੀ ਨੂੰ ਸੰਭਾਲ ਲੈਣਾ,
ਮ੍ਰਿਤਕ ਦੇਹ ਦੀ ਸਾਂਭ ਕਰ ਲੈਣਾ ਹੀ ਸੱਚ ਹੈ। ਸਾਂਭ ਲਾਂਗੇ, ਸਾਡੀਆਂ ਅੱਖਾਂ ਤੋਂ ਪਰੋਖੇ ਮ੍ਰਿਤਕ ਦੇਹ ਹੀ ਹੋ ਗਈ, ਸਮਾਂ ਹੋਰ ਦਾ ਹੋਰ ਹੁੰਦਾ ਜਾਏਗਾ। ਵਿਛੜੇ ਹੋਏ ਜੀਵ ਦਾ, ਵਿਛੜੇ ਹੋਏ ਇਨਸਾਨ ਦਾ ਦੁੱਖ ਤੇ ਹੈ, ਤਕਲੀਫ ਤੇ ਹੈ, ਪਰ ਫਿਰ ਕਿਤੇ ਨਾ ਕਿਤੇ ਜਦੋਂ ਸੱਚ ਅਸੀਂ ਮੰਨ ਲਾਂਗੇ ਉਹ ਤਕਲੀਫ ਸਾਡੀ ਘਟ ਜਾਂਦੀ ਹੈ, ਉਹ ਤਕਲੀਫ ਸਾਡੀ ਮੁੱਕ ਵੀ ਜਾਂਦੀ ਹੈ। ਕਿਉਂਕਿ ਫਿਰ ਇਹ ਵੀ ਸਮਝ ਆ ਜਾਂਦੀ ਹੈ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਠਹਿਰ ਨਹੀਂ ਕੋਏ। ਫਿਰ ਇਹ ਬਾਤ ਸਮਝ ਆ ਜਾਂਦੀ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਆ ਜੇ ਸੱਚ, ਤੇ ਸੱਚ ਨੂੰ ਜਿੰਨੀ ਛੇਤੀ ਅਸੀਂ ਪ੍ਰਵਾਨ ਲਾਂਗੇ ਉਨੀ ਛੇਤੀ ਹੋਈ ਪ੍ਰਸੰਨਤਾ ਤੇ ਖੁਸ਼ੀ ਔਰ ਜੀਵਨ ਵਿੱਚ ਸਬਰ ਸਾਨੂੰ ਮਿਲ ਜਾਏਗਾ। ਤੇ ਮਾਲਕ ਕਹਿੰਦੇ ਭਾਈ ਅਕਾਲ ਪੁਰਖ ਸੱਚਾ, ਦੀਵਾਨ ਸੱਚਾ, ਉਹਨੇ ਆਪਣਾ ਆਪਾ ਟਿਕਾਇਆ ਵੀ ਸੱਚੇ ਗੁਰੂ ਪਾਸ ਹੈ। ਤੇ ਜੇ ਉਹਨੇ ਆਪਣਾ ਆਪਾ ਸੱਚੇ ਗੁਰੂ ਕੋਲ ਰੱਖਿਆ, ਹੁਣ ਤੂੰ ਹਾਸਲ ਉਹਨੂੰ ਕਰਨਾ ਹੈ, ਫਿਰ ਸੱਚੇ ਗੁਰੂ ਦਾ ਸਹਾਰਾ ਤੈਨੂੰ ਜੀਵਨ ਵਿੱਚ ਲੈਣਾ ਪਵੇਗਾ। ਸੱਚੇ ਤਖਤ ਨਿਵਾਸ, ਸੱਚ ਤਪਾਵਸ ਕਰਿਓ। ਹੁਣ ਉਹਦਾ ਤਖਤ ਜਿਹੜਾ ਨਾ ਉਹ ਵੀ ਸੱਚਾ ਹੈ। ਉਹਦੇ ਤਖਤ ਨੂੰ ਅਸੀਂ ਕਦੇ ਝੂਠਾ ਨਹੀਂ ਕਹਿ ਸਕਦੇ। ਰਾਜ ਗੱਦੀ ਝੂਠੀ ਹੈ, ਰਾਜ ਤਖਤ ਝੂਠਾ ਹੈ ਜਿਹੜਾ ਰਾਜਾ ਉਹਦੇ ਉੱਤੇ ਸੰਸਾਰਕ ਬੈਠਾ ਹੈ। ਜਿਹਨੂੰ ਮਾਲਕ ਜੀ ਬਾਣੀ 'ਚ ਆਖਦੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜਿਹੜੇ ਸੰਸਾਰਕ ਰਾਜੇ ਨੇ ਨਾ, ਇਹ 4 ਕੁ ਦਿਨਾਂ ਦੇ ਝੂਠੇ ਨੇ, ਤੇ 4 ਕੁ ਦਿਨਾਂ ਦੇ ਹੀ ਇਹਨਾਂ ਦੇ ਝੂਠੇ ਦਾਅਵੇ ਵੀ ਨੇ। 4 ਕੁ ਦਿਨਾਂ ਬਾਅਦ ਇਹਨਾਂ ਦੇ ਦਾਅਵੇ ਵੀ ਮੁੱਕ ਜਾਂਦੇ, ਇਹਨਾਂ ਦਾ ਰਾਜ ਭਾਗ ਵੀ ਮੁੱਕ ਜਾਂਦਾ, ਤੇ ਇਹਨਾਂ ਦੀਆਂ ਰਾਜ ਗੱਦੀਆਂ ਵੀ ਨਾਸ਼ ਹੋ ਜਾਂਦੀਆਂ। ਅੱਜ ਤੇ ਰਾਜਾ ਰਾਜ ਗੱਦੀ ਤੇ ਬੈਠਾ ਬੜਾ ਪ੍ਰਸੰਨ, ਬੜਾ ਖੁਸ਼ ਪਿਆ ਹੁੰਦਾ ਹੈ ਕਿ ਮੇਰਾ ਰਾਜ ਭਾਗ ਬੜਾ ਵੱਡਾ, ਮੇਰਾ ਰਾਜ ਬਹੁਤ ਵੱਡਾ, ਮੇਰੀ ਸੱਤਾ ਬੜੀ ਵੱਡੀ ਹੈ। ਤੇ ਉਹ ਰਾਜਾ ਪ੍ਰਸੰਨ ਹੁੰਦਾ ਆਪਣੇ ਰਾਜ ਤਖਤ ਉੱਤੇ ਬੈਠਾ, ਆਪਣੇ ਰਾਜ ਭਾਗ ਨੂੰ ਵੇਖ ਕਰਕੇ। ਪਰ ਜਦੋਂ ਉਹਦੇ ਤੋਂ ਬਲਵਾਨ ਕੋਈ ਚੱਲ ਕੇ ਆ ਜਾਂਦਾ ਹੈ, ਉਹਦੇ ਤੋਂ ਤਾਕਤਵਰ ਕੋਈ ਚੱਲ ਕੇ ਆ ਜਾਂਦਾ, ਉਹਦੇ ਕੋਲੋਂ ਰਾਜ ਸੱਤਾ ਖੋਹ ਲੈਂਦਾ, ਉਹਦਾ ਰਾਜ ਭਾਗ ਵੀ ਖੋਹ ਲੈਂਦਾ। ਉਹੀ ਰਾਜਾ ਜਿਹੜਾ ਤਖਤ ਉੱਤੇ ਬੈਠਾ ਪ੍ਰਸੰਨ ਹੁੰਦਾ ਸੀ, ਜਦੋਂ ਉਹਦੇ ਤੋਂ ਬਲਵਾਨ ਰਾਜੇ ਨੇ ਆ ਕੇ ਉਹਦੇ ਕੋਲੋਂ ਸਾਰਾ ਉਹਦਾ ਰਾਜ ਭਾਗ ਤੇ ਉਹਦਾ ਰਾਜ ਤਖਤ ਖੋਹ ਲਿਆ, ਉਹਦੀ ਉਹੀ ਪ੍ਰਸੰਨਤਾ ਹੁਣ ਤਕਲੀਫ ਤੇ ਦੁੱਖ ਵਿੱਚ ਬਦਲ ਗਈ, ਉਹਦਾ ਰਾਜ ਖੋਹ ਲਿਆ ਗਿਆ। ਹੁਣ ਅਕਾਲ ਪੁਰਖ ਇੱਕ ਐਸਾ ਰਾਜਾ ਹੈ, ਅਕਾਲ ਪੁਰਖ ਇੱਕ ਐਸਾ ਰਾਜ ਗੱਦੀ, ਰਾਜ ਤਖਤ ਉੱਤੇ ਬੈਠਾ ਹੋਇਆ ਰਾਜਨ ਹੈ ਕਿ ਜਿਹਦੇ ਕੋਲੋਂ ਅੱਜ ਤੱਕ ਨਾ ਕੋਈ ਰਾਜ ਸੱਤਾ ਖੋਹਣ ਵਾਲਾ ਬਣਿਆ, ਤੇ ਨਾ ਹੀ ਜਿਸ ਕੋਲੋਂ ਅੱਜ ਤੱਕ ਕੋਈ ਉਹਦਾ ਰਾਜ ਤਖਤ ਖੋ ਸਕਿਆ, ਨਾ ਉਹਦਾ ਰਾਜ ਭਾਗ ਕੋਈ ਲੈਣ ਵਾਲਾ ਬਣਿਆ। ਕੇਵਲ ਤੇ ਕੇਵਲ ਇੱਕ ਪਰਮੇਸ਼ਵਰ ਹੀ ਐਸਾ ਜਿਹੜਾ ਸਦੀਵ ਰਾਜਾ ਹੈ, ਤੇ ਉਹਦੇ ਰਾਜ ਭਾਗ ਨੂੰ ਕਦੇ ਕੋਈ ਨੁਕਸਾਨ ਨਹੀਂ, ਉਹਦਾ ਰਾਜ ਭਾਗ ਕਦੇ ਕੋਈ ਖੋ ਨਹੀਂ ਸਕਦਾ, ਉਹਦਾ ਰਾਜ ਤਖਤ ਕਦੇ ਨਹੀਂ ਖੋ ਸਕਦਾ। ਨਹੀਂ ਤੇ ਸੰਸਾਰਕ ਰਾਜ ਤਖਤ ਉੱਤੇ ਬੈਠਾ ਹੋਇਆ ਰਾਜਾ ਤੇ ਤਖਤ ਉੱਤੇ ਬੈਠਾ ਵੀ ਜੇ ਕਿਤੇ ਅੱਖ ਲੱਗ ਜਾਏ, ਨੀਂਦ ਆ ਜਾਏ, ਤੇ ਸੁਪਨਾ ਵੀ ਕਿਤੇ ਰਾਜ ਭਾਗ ਜਾਣ ਦਾ ਵੇਖ ਲਈ ਤਾਂ ਨੇ ਤਕਲੀਫ ਵਿੱਚ ਆ ਕੇ ਬਹਿ ਜਾਂਦਾ ਹੈ। ਜਿਹਨੂੰ ਸਤਿਗੁਰੂ ਜੀ ਆਖਦੇ ਨਾ, ਭਗਤ ਰਵਿਦਾਸ ਜੀ, ਨਰਪਤੇਕ ਸਿੰਘਾਸਨ ਸੋਇਆ। ਵੇਖੋ ਸੁਪਨਾ ਆਵੇਗਾ ਵੀ ਉਹਨੂੰ ਨਾ ਜਿਹਨੂੰ ਲੱਗਦਾ ਵੀ ਇਹ ਕੁਝ ਹੋ ਸਕਦਾ। ਮੰਨ ਲਓ ਇੱਕ ਬੰਦਾ ਉਹ ਹੈ ਜਿਨਨੇ ਸੋਚਿਆ ਹੀ ਨਹੀਂ, ਦਾਵਾ ਹੀ ਨਹੀਂ ਕੀਤਾ ਕਦੇ ਕਿ ਮੈਂ ਆਹ ਕਰਮ ਕਰ ਰਿਹਾ ਤੇ ਇਸ ਕਰਮ ਤੋਂ ਇਲਾਵਾ ਮੇਰੇ ਨਾਲ ਕੁਝ ਹੋ ਸਕਦਾ। ਜਾਂ ਆਪਾਂ ਕਹਿ ਲਈਏ ਵੀ ਇੱਕ ਪਦਾਰਥ ਹੈ, ਬੰਦਾ ਉਸ ਪਦਾਰਥ ਉੱਤੇ ਦਾਵਾ ਕਰਕੇ ਬੈਠਾ ਵੀ ਇਹ ਮੇਰਾ ਹੈ ਤੇ ਇਹ ਜੋ ਮਰਜ਼ੀ ਹੋ ਜਾਏ ਹਮੇਸ਼ਾ ਮੇਰਾ ਹੀ ਰਹਿਣਾ ਹੈ। ਉਹਨੂੰ ਕਦੇ ਦੂਰ ਜਾਣ ਦਾ ਸੁਪਨਾ ਵੀ ਨਹੀਂ ਆਉਣਾ, ਕਿਉਂਕਿ ਲੱਗ ਰਿਹਾ ਵੀ ਮੇਰਾ ਹੈ। ਰੱਬ ਅਕਾਲ ਪੁਰਖ ਦੀ ਜਦੋਂ ਬਾਤ ਕਰਾਂਗੇ, ਪਰਮੇਸ਼ਵਰ ਦੀ ਬਾਤ ਕਰਾਂਗੇ, ਪਰਮੇਸ਼ਵਰ ਜਾਣਦਾ ਹੈ ਕਿ ਸਾਰਾ ਰਾਜ ਭਾਗ, ਰਾਜ ਤਖਤ ਉਹਦਾ, ਸਾਰੇ ਦਾ ਸਾਰਾ ਸੰਸਾਰ ਉਹਦਾ, ਤੇ ਉਹਦੇ ਕੋਲੋਂ ਰਾਜ ਤਖਤ ਇਹ ਜਾਣਾ ਨਹੀਂ। ਹੁਣ ਜਿਹੜਾ ਸੰਸਾਰਕ ਰਾਜ ਹੈ ਉਹਨੂੰ ਇਹ ਪਤਾ, ਅੱਜ ਮੈਂ ਕਿਸੇ ਕੋਲੋਂ ਰਾਜ ਖੋਇਆ, ਕੱਲ ਨੂੰ ਕੋਈ ਮੇਰੇ ਤੋਂ ਵੱਡਾ ਆ ਜਾਏਗਾ, ਉਹਨੇ ਮੇਰੇ ਕੋਲੋਂ ਖੋਹ ਲੈਣਾ। ਹੋ ਸਕਦਾ ਕੱਲ ਨੂੰ ਮੈਂ ਭਿਖਾਰੀ ਬਣ ਜਾ, ਸਮਾਂ ਐਸਾ ਬਣ ਜਾਏ, ਹਾਲਾਤ ਐਸੇ ਬਣ ਜਾਣ, ਮੈਨੂੰ ਭੀਖ ਮੰਗਣੀ ਪੈ ਜਾਏ, ਤੇ ਉਹ ਰਾਜਾ ਕਿਤੇ ਨਾ ਕਿਤੇ ਸੁਪਨੇ ਵਿੱਚ ਤੇ ਸੋਚੇਗਾ ਹੀ ਨਾ
ਵੀ ਜੇ ਭਿਖਾਰੀ ਬਣ ਗਿਆ ਤੇ ਮੇਰਾ ਕੀ ਬਣੇਗਾ। ਤੇ ਭਗਤ ਰਵਿਦਾਸ ਕਹਿੰਦੇ ਹਾਲਾਤ ਐਸੇ ਬਣ ਗਏ ਕਿ ਉਹ ਸਿੰਘਾਸਨ ਤੇ ਬੈਠਾ ਹੋਇਆ, ਕਿਤੇ ਅੱਖ ਲੱਗ ਗਈ, ਨੀਂਦ ਵਿੱਚ ਗਰਸਿਆ ਗਿਆ ਤੇ ਨੀਂਦ 'ਚ ਗਰਸਿਆ ਸਿੰਘਾਸਨ ਤੇ ਹੀ ਬੈਠਾ ਭਿਖਾਰੀ ਵਾਲੇ ਸੁਪਨੇ ਵੇਖਣ ਲੱਗ ਗਿਆ ਤੇ ਬੜਾ ਦੁੱਖ, ਬੜੀ ਤਕਲੀਫ ਵਿੱਚ ਹੈ, ਕਿਉਂਕਿ ਤਖਤ ਕੋਲੋਂ ਚਲਾ ਗਿਆ। ਤੇ ਮਾਲਕ ਜੀ ਕਹਿੰਦੇ ਸੱਚ ਹੈ ਤਖਤ ਨਿਵਾਸ, ਸੱਚ ਤਪਾਵਸ ਕਰਿਓ। ਉਹ ਪਰਮਾਤਮਾ ਜਿਹੜਾ ਨਾ ਉਹਦਾ ਤਖਤ ਸੱਚਾ ਤੇ ਉਹਦਾ ਨਿਆਂ ਵੀ ਸੱਚਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਖਤਾ ਸੀ ਸਾਚਾ ਸਾਹਿਬ ਸਾਚ ਨਾਏ, ਉਹ ਸਾਹਿਬ ਆਪ ਵੀ ਸੱਚਾ ਤੇ ਉਹਦਾ ਨਿਆਂ ਵੀ ਸੱਚਾ। ਖਿਆਲ ਕਰਿਓ ਉਹ ਕਦੇ ਕਿਸੇ ਨਾਲ ਨਾ ਇਨਸਾਫੀ ਨਹੀਂ ਜੇ ਕਰਦਾ, ਉਹ ਕਦੇ ਕਿਸੇ ਨਾਲ ਅਨਿਆਂ ਨਹੀਂ ਕਰਦਾ। ਹੋ ਸਕਦਾ ਹੈ ਕਿ ਪਰਮੇਸ਼ਵਰ ਇਨਸਾਫ ਕਰਨ ਲੱਗਿਆਂ ਆਪਾਂ ਇਹ ਗੱਲ ਜਿਹੜੀ ਸਮਾਜ ਮੰਨਦਾ ਹੈ ਕਿ ਰੱਬ ਦੇ ਇਨਸਾਫ ਦੀ ਚੱਕੀ ਹੌਲੀ ਹੌਲੀ ਚੱਲਦੀ ਹੈ, ਪਰ ਇਹ ਚੱਕੀ ਜਦੋਂ ਚੱਲਦੀ ਹੈ ਨਾ, ਕਿਸੇ ਨਾਲ ਨਾ ਇਨਸਾਫੀ ਨਹੀਂ ਜੇ ਕਰਦੀ, ਫਿਰ ਬੜਾ ਬਰੀਕ ਪੀਸਦੀ ਹੈ ਤੇ ਹਰ ਇੱਕ ਦੇ ਕੀਤੇ ਹੋਏ ਕਰਮ ਦਾ ਉਹਨੂੰ ਲੇਖਾ ਮਿਲਦਾ ਜੇ। ਜਿੰਨੇ ਜੋ ਕੀਤਾ ਉਹਦੇ ਕੀਤੇ ਦੇ ਆਧਾਰ ਉੱਤੇ ਫਿਰ ਉਹਨੂੰ ਲੇਖਾ ਵੀ ਮਿਲਦਾ, ਉਹਨੂੰ ਫਲ ਵੀ ਉਹਦਾ ਪ੍ਰਾਪਤ ਹੁੰਦਾ ਹੈ। ਕਿਉਂਕਿ ਰੱਬ ਨਾ ਇਨਸਾਫੀ ਕਿਸੇ ਨਾਲ ਵੀ ਨਹੀਂ ਜੇ ਕਰਦਾ, ਚਾਹੇ ਕੋਈ ਚੰਗਾ ਤੇ ਭਾਵੇਂ ਮਾੜਾ। ਤੇ ਇੱਥੇ ਆ ਕੇ ਇਹ ਗੱਲ ਮੰਨਣੀ ਪੈ ਜਾਂਦੀ ਹੈ, ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ, ਮਾਨਸਾ ਕਿਆਂ ਦੀ ਬਾਣੋ ਕੋਈ ਨਸ ਭੱਜ ਨਿਕਲੈ, ਹਰ ਕਹਿ ਦੇ ਬਾਣੋ ਕੋਈ ਕਿੱਥੇ ਜਾਇਆ। ਰੱਬ ਦੇ ਦੀਵਾਨ ਜਦੋਂ ਸੱਜਦੇ ਨੇ, ਰੱਬ ਜਿੱਦਣ ਕਚਹਿਰੀ ਲਾ ਕੇ ਬਹਿੰਦਾ ਹੈ, ਫਿਰ ਰੱਬ ਦੇ ਦੀਵਾਨ ਵਿੱਚੋਂ ਨੱਸ ਕੇ ਜਾਂ ਭੱਜ ਕੇ ਨਿਕਲਣ ਦਾ ਕੋਈ ਰਸਤਾ ਨਹੀਂ, ਉੱਥੇ ਫਿਰ ਇਨਸਾਫ ਹੀ ਹੁੰਦਾ ਹੈ। ਤੇ ਇਨਸਾਫ ਜਦੋਂ ਆਪ ਅਕਾਲ ਪੁਰਖ ਜੱਜ ਬਣ ਕੇ ਕਰਦਾ ਹੈ ਤੇ ਉਹਦੀ ਅਦਾਲਤ ਦੇ ਵਿੱਚ, ਉਹਦੇ ਦੀਵਾਨ ਵਿੱਚ ਇਨਸਾਫ ਕਰਨ ਵਾਲਾ ਜੱਜ ਦੀ ਕੁਰਸੀ ਤੇ ਬੈਠਾ ਵੀ ਉਹ, ਵਕਾਲਤ ਕਰਨ ਵਾਲਾ ਵਕੀਲ ਵੀ ਉਹ। ਤੇ ਖਿਆਲ ਕਰਿਓ ਫਿਰ ਜਦੋਂ ਵਕੀਲ ਉਹ ਆਪ ਬਣਦਾ ਹੈ, ਜੱਜ ਇਨਸਾਫ ਕਰਨ ਵਾਲਾ ਉਹ ਆਪ ਬਣਦਾ ਹੈ, ਤੇ ਉਦੋਂ ਨਾ ਇਨਸਾਫੀ ਉਹ ਕਿਸੇ ਨਾਲ ਨਹੀਂ ਜੇ ਹੋਣ ਦਿੰਦਾ। ਫਿਰ ਕੱਲੇ ਕੱਲੇ ਜੀਵ ਦੇ ਕੀਤੇ ਹੋਏ ਕਰਮ ਦਾ ਉਹਨੂੰ ਹਿਸਾਬ ਤੇ ਉਹਨੂੰ ਲੇਖਾ ਪੁੱਛਿਆ ਜਾਂਦਾ ਹੈ, ਭਾਈ ਇੱਥੇ ਤੂੰ ਆਹ ਕੀਤਾ ਸੀ, ਇਹਦਾ ਫਲ ਤੈਨੂੰ ਆਹ ਮਿਲਣਾ ਹੈ, ਇੰਨਾ ਕੁ ਤੂੰ ਕਿਸੇ ਨਾਲ ਨਾ ਇਨਸਾਫੀ ਕਰਦਾ ਰਿਹਾ, ਇਹਦਾ ਫਲ ਤੈਨੂੰ ਇਹ ਮਿਲੇਗਾ। ਅਕਾਲ ਪੁਰਖ ਪਰਮੇਸ਼ਵਰ ਨੇ ਜਦੋਂ ਨਿਆਂ ਕੀਤਾ, ਉਹਨੇ ਇਸ ਢੰਗ ਨਾਲ ਕੀਤਾ। ਉਹਨੇ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀ, ਚਾਹੇ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਹੈ। ਸੰਸਾਰਿਕ ਤੌਰ ਤੇ ਜੇ ਆਪਾਂ ਵੇਖਾਂਗੇ, ਅਮੀਰ ਬੰਦੇ ਨੇ ਜੱਜ ਵੀ ਖਰੀਦ ਲਿਆ, ਅਮੀਰ ਬੰਦੇ ਨੇ ਵਕੀਲ ਵੀ ਖਰੀਦ ਲਿਆ। ਸੰਸਾਰਿਕ ਤੌਰ ਤੇ ਵੇਖਾਂਗੇ, ਅਮੀਰ ਬੰਦਾ ਇੱਥੋਂ ਤੱਕ ਗਵਾਹ ਵੀ ਖਰੀਦ ਲੈਂਦਾ, ਝੂਠੇ ਗਵਾਹ ਵੀ ਬਣਾ ਲੈਂਦਾ ਵੀ ਕੋਈ ਗੱਲ ਨਹੀਂ ਭਾਈ ਤੂੰ ਝੂਠੀ ਗਵਾਹੀ ਦੇ ਦੇ। ਤੇ ਗਰੀਬ ਸੱਚਾ ਹੁੰਦਿਆਂ ਹੋਇਆਂ ਵੀ ਸੰਸਾਰਿਕ ਤੌਰ ਦੇ ਉੱਤੇ ਉਹਨੂੰ ਕਈ ਵਾਰੀ ਨਾ ਕੀਤੇ ਗੁਨਾਹਾਂ ਦੀ ਸਜ਼ਾ ਵੀ ਭੋਗਣੀ ਪੈ ਜਾਂਦੀ ਹੈ। ਇਹਦੇ 'ਚ ਕੋਈ ਅੱਤ ਕਥਨੀ ਨਹੀਂ ਹੈ। ਸਮਾਜ ਦੇ ਹਾਲਾਤ ਆਪਾਂ ਸਾਰੇ ਵੇਖਦੇ ਹੀ ਹਾਂ ਵੀ ਜੇ ਸਮਾਜਿਕ ਸੰਸਾਰਿਕ ਤੌਰ ਤੇ ਵੇਖਾਂਗੇ ਤੇ ਸੰਸਾਰਿਕ ਤੌਰ ਦੇ ਉੱਤੇ ਸਿਰਫ ਉਹੀ ਹੈ ਆਜ਼ਾਦੀ ਨਾਲ ਘੁੰਮ ਸਕਦਾ ਜਾਂ ਆਜ਼ਾਦੀ ਨਾਲ ਰਹਿ ਸਕਦਾ ਜਿਹੜਾ 4 ਟਕੇ ਆਪਣੀ ਜੇਬ 'ਚ ਰੱਖਦਾ ਤੇ 4 ਟਕਿਆਂ ਦਾ ਜਿਹਦੇ ਕੋਲ ਬਲ ਤਾਕਤ ਹੈ, ਉਹ 4 ਟਕਿਆਂ ਦੇ ਆਧਾਰ ਉੱਤੇ ਕੁਝ ਵੀ ਕਰ ਸਕਦਾ ਹੈ। ਜਿੰਨੇ ਇਨਸਾਫ ਕਰਨਾ ਨਾ, ਜੇ ਉਹਨੇ ਜੱਜ ਹੀ ਖਰੀਦ ਲਿਆ, ਵਕੀਲ ਵੀ ਭਾਵੇਂ ਉਹਦੇ ਵਿਰੋਧੀ ਪੱਖ ਵਿੱਚ ਹੋਵੇ, ਗਵਾਹ ਵੀ ਸਾਰੇ ਉਹਦੇ ਵਿਰੋਧੀ ਪੱਖ ਵਿੱਚ ਹੋਣ, ਜਦੋਂ ਜੱਜ ਹੀ ਵਿਕ ਗਿਆ ਤੇ ਇਨਸਾਫ ਤੇ ਜੱਜ ਨਹੀਂ ਕਰਨਾ ਹੈ ਨਾ, ਇਨਸਾਫ ਤੇ ਉਸੇ ਨੇ ਸੁਣਾਉਣਾ। ਹੁਣ ਮਾਲਕ ਪਾਤਸ਼ਾਹ ਜੀ ਕਹਿੰਦੇ ਭਾਈ ਵੇਖ, ਜਦੋਂ ਰੱਬ ਦੇ ਦਰ ਤੇ ਇਨਸਾਫ ਹੋਣਾ ਨਾ ਕੋਈ ਜੱਜ ਵਿਕਣਾ ਤੇ ਨਾ ਵਕੀਲ ਵਿਕਣਾ। ਤੇ ਖਿਆਲ ਕਰੀ ਉੱਥੇ ਤੇਰੇ ਕਰਮਾਂ ਤੇ ਨਿਗਾਹ ਵੱਜਣੀ ਹੈ, ਉੱਥੇ ਤੇਰੇ ਸਾਰੇ ਕੀਤੇ ਹੋਏ ਕਰਮ ਵੇਖੇ ਜਾਣਗੇ, ਤੇਰੇ ਕਰਮ ਕਿੱਦਾਂ ਦੇ ਨੇ। ਤੇ ਸੱਜਣਾ, ਜੇ ਤੇ ਕਰਮ ਹੋਏ ਇਨਸਾਫ ਵਾਲੇ ਤੇ ਤੈਨੂੰ ਇਨਸਾਫ ਮਿਲੇਗਾ, ਜਿੱਦਾਂ ਦੇ ਕਰਮ ਹੋਣਗੇ ਤੈਨੂੰ ਸੁੱਖ ਮਿਲੇਗਾ। ਜੇ ਕਰਮ ਸੁੱਖਾਂ ਵਾਲੇ ਹੋਣਗੇ ਤੇ ਜੇ ਭਲਿਆ ਕਰਮ ਹੀ ਦੁੱਖਾਂ ਤੇ ਤਕਲੀਫਾਂ ਵਾਲੇ ਕੀਤੇ ਹੋਏ, ਇਨਸਾਫ ਫਿਰ ਵੀ ਹੋਣਾ, ਫਿਰ ਤੈਨੂੰ ਦੁੱਖ ਤੇ ਤਕਲੀਫਾਂ ਮਿਲਣਗੀਆਂ। ਸੱਚ ਤੇ ਇਹੀ ਹੈ ਨਾ, ਇਹਨੂੰ ਅਸੀਂ ਕਦੇ ਝੁਠਲਾ ਨਹੀਂ ਸਕਦੇ ਜਾਂ ਇਹਨੂੰ ਅਸੀਂ ਕਦੇ ਦੂਸਰੇ
ਵੇ ਤੋਂ ਨਹੀਂ ਵੇਖ ਸਕਦੇ ਜੀ ਰੱਬ ਨੇ ਇੱਥੇ ਮੈਂ ਆਹ ਕਰਮ ਸੁੱਖਾਂ ਲਈ ਕੀਤਾ ਸੀ ਪਰ ਇਹਦੇ ਬਦਲੇ ਵਿੱਚ ਮੈਨੂੰ ਦੁੱਖ ਮਿਲਿਆ, ਜਾਂ ਮੈਂ ਆਹ ਕਰਮ ਦੁੱਖਾਂ ਲਈ ਕੀਤਾ ਸੀ ਇਹਦੇ ਬਦਲੇ ਵਿੱਚ ਸੁੱਖ ਮਿਲ ਗਏ। ਨਹੀਂ, ਅਸੀਂ ਜੋ ਕੀਤਾ, ਜਿਸ ਆਧਾਰ ਤੇ ਕੀਤਾ, ਉਸੇ ਆਧਾਰ ਉੱਤੇ ਸਾਨੂੰ ਫਲ ਵੀ ਉਹ ਮਿਲਣਾ। ਇਸੇ ਕਰਕੇ ਸਤਿਗੁਰੂ ਜੀ ਬਾਣੀ ਵਿੱਚ ਸਮਝਾਉਂਦੇ, ਇਹ ਕਹਿ ਦਿੰਦੇ ਨੇ, ਭਾਈ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜਿੱਦਾਂ ਦਾ ਬੀਜੇਗਾ ਉਦਾਂ ਦਾ ਤੈਨੂੰ ਵੱਢਣਾ ਪਏਗਾ, ਕਿਉਂਕਿ ਤੇਰੇ ਕਰਮਾਂ ਦਾ ਖੇਤ ਹੈ। ਹੁਣ ਤੂੰ ਇਹ ਸੋਚ ਕੇ ਤੇ ਇਹ ਮੰਨ ਕੇ ਚੱਲ, ਤੂੰ ਬੀਜਿਆ ਕੀ ਹੈ ਤੇ ਤੈਨੂੰ ਵੱਢਣਾ ਕੀ ਪੈ ਰਿਹਾ ਹੈ। ਤੂੰ ਇਹ ਕਦੇ ਨਹੀਂ ਕਹਿ ਸਕਦਾ ਬੀਜਿਆ ਮੈਂ ਕੁਝ ਹੋਰ ਸੀ ਪਰ ਰੱਬ ਨੇ ਨਾ ਇਨਸਾਫੀ ਕੀਤੀ ਹੈ। ਨਹੀਂ, ਬੀਜਣ ਲੱਗਿਆ ਠੀਕ ਹੈ, ਤੂੰ ਇਹ ਮੰਨ ਲਾ, ਕਿਉਂਕਿ ਇਨਸਾਨੀ ਸੋਚ ਹੈ ਇਹ ਦੂਸਰੇ ਤੇ ਬਲੇਮ ਬਹੁਤ ਛੇਤੀ ਕਰਦਾ ਹੈ, ਬੜੀ ਜਲਦੀ ਬਲੇਮ ਕਰਦੀ ਇਨਸਾਨੀ ਸੋਚ ਦੂਸਰੇ ਉੱਤੇ, ਖਾਸ ਕਰਕੇ ਉਹਦੇ ਉੱਤੇ ਜਿਹੜਾ ਅੱਗੋਂ ਜਵਾਬ ਨਾ ਦੇਵੇ। ਜਿਹੜਾ ਅੱਗੋਂ ਜਵਾਬ ਦੇ ਦੇ, ਅੱਗੋਂ ਬੋਲ ਪਏ ਨਾ, ਉਹਦੇ ਉੱਤੇ ਬਲੇਮ ਕਰਨ ਲੱਗਿਆਂ ਵੀ ਸੋਚਦਾ ਵੀ ਨਹੀਂ ਇਹਨੇ ਅੱਗੋਂ ਜਵਾਬ ਦੇ ਦੇਣਾ। ਜਿਹੜਾ ਨਾ ਬੋਲੇ ਉਹਨੂੰ ਬੜੀ ਛੇਤੀ ਬਲੇਮ ਕਰ ਦਿੱਤਾ ਜਾਂਦਾ ਵੀ ਇਹਨੇ ਕਿਹੜਾ ਬੋਲਣਾ। ਤੇ ਇਹੋ ਕਾਰਨ ਹੈ ਬੰਦਾ ਬੰਦੇ ਨੂੰ ਬਲੇਮ ਤੇ ਕਰਦਾ ਹੈ, ਪਰ ਜਦੋਂ ਪਤਾ ਵੀ ਅੱਗੋਂ ਬੰਦੇ ਨੇ ਜਵਾਬ ਦੇ ਦੇਣਾ ਫਿਰ ਬੰਦਾ ਰੱਬ ਨੂੰ ਬਲੇਮ ਕਰਦਾ ਹੈ ਵੀ ਰੱਬ ਨੇ ਆਹ ਕੀਤਾ ਹੈ। ਸ਼ਾਇਦ ਇਨਸਾਨ ਨੂੰ ਭੁਲੇਖਾ ਵੀ ਰੱਬ ਨੇ ਕਿਹੜਾ ਬੋਲ ਪੈਣਾ ਅੱਗੋਂ। ਤੇ ਇੱਕ ਸੱਚਮੁੱਚ ਇਹ ਭੁਲੇਖਾ ਹੀ ਹੈ, ਕਿਉਂਕਿ ਜਦੋਂ ਰੱਬ ਬੋਲਦਾ ਨਾ ਫਿਰ ਉਹ ਸਾਰੇ ਕੀਤੇ ਕਰਮਾਂ ਦੇ ਪਰਦੇ ਚੁੱਕ ਦਿੰਦਾ ਵੀ ਆਹ ਲੈ ਆਹ ਕੁਛ ਕਰਦਾ ਰਿਹਾ ਨਾ। ਅਸੀਂ ਇੱਕ ਵਾਰੀ ਰੱਬ ਦੇ ਉੱਤੇ ਹੋ ਸਕਦਾ ਬਲੇਮ ਰੱਬ ਨੂੰ ਕਰ ਦਈਏ, ਰੱਬਾ ਆਹ ਕਰਮ ਤੂੰ ਕੀਤਾ, ਮੈਂ ਨਹੀਂ ਸੀ ਕੀਤਾ, ਅਸੀਂ ਬਲੇਮ ਕਰਤਾ। ਤੇ ਜੇ ਹੁਣ ਰੱਬ ਆਪਣੀ ਆਈ ਤੇ ਆ ਜਾਏ, ਸਾਡੇ ਸਾਰੇ ਕੀਤੇ ਕਰਮਾਂ ਤੋਂ ਪਰਦੇ ਚੁੱਕ ਦੇ, ਤੇ ਕੀ ਅਸੀਂ ਆਪਣਾ ਮੂੰਹ ਵੀ ਕਿਸੇ ਨੂੰ ਦਿਖਾਉਣ ਜੋਗੇ ਰਹਿ ਜਾਾਂਗੇ? ਤੇ ਸੋਚ ਕੇ ਵੇਖੀਏ। ਤੇ ਮਾਲਕ ਪਾਤਸ਼ਾਹ ਜੀ ਕਹਿੰਦੇ, ਭਾਈ ਇਸ ਕਰਕੇ ਖਿਆਲ ਰੱਖ, ਉਹ ਸੱਚਾ ਹੈ, ਉਹਦਾ ਤਖਤ ਵੀ ਸੱਚਾ, ਬੈਠਾ ਵੀ ਉਹ ਆਪ ਹੀ ਹੈ ਤਖਤ ਦੇ ਉੱਤੇ, ਤੇ ਉਹ ਜਿਹੜੇ ਤਖਤ ਉੱਤੇ ਬੈਠਾ ਹੈ ਨਾ ਸੱਚਾ ਪਰਮਾਤਮਾ ਅਕਾਲ ਪੁਰਖ, ਉਹਦੇ ਉੱਤੇ ਬਹਿ ਕੇ ਉਹ ਇਨਸਾਫ ਵੀ ਸੱਚਾ ਹੀ ਕਰਦਾ ਹੈ। ਉਹ ਕਦੇ ਕਿਸੇ ਨਾਲ ਝੂਠਾ ਇਨਸਾਫ ਨਹੀਂ ਕਰਦਾ। ਤੇ ਮਨੁੱਖਾ ਰੱਬ ਨੂੰ ਬਲੇਮ ਕਰਨ ਦੀ ਬਜਾਏ ਇਹ ਸੋਚਿਆ ਕਰ ਕਿ ਜਿਹੜਾ ਮੈਂ ਕਰਮ ਕੀਤਾ ਉਹਦਾ ਫਲ ਮੈਨੂੰ ਇਹ ਮਿਲ ਰਿਹਾ, ਮੈਂ ਕਰਮ ਕਰਨ ਲੱਗਿਆ ਕਿਹੜਾ ਔਗਣ ਤੇ ਕਿਹੜਾ ਐਸਾ ਕਰਮ ਸੀ ਜਿਹੜਾ ਕਰ ਬੈਠਾ ਜਿਹਦਾ ਫਲ ਮੈਨੂੰ ਆ ਮਿਲ ਰਿਹਾ ਹੈ। ਕਿਉਂਕਿ ਆਪਣੇ ਕੀਤੇ ਦਾ ਹੀ ਮਿਲਣਾ ਨਾ, ਆਪਣੇ ਕੀਤੇ ਦੀ ਪ੍ਰਾਪਤੀ ਹੋਣੀ ਹੈ। ਤੇ ਇਹ ਤੇ ਹੈ ਨਹੀਂ ਵੀ ਅਸੀਂ ਕੀਤਾ ਨਾ ਹੋਵੇ ਤੇ ਰੱਬ ਦੇ ਦੇ, ਇਦਾਂ ਨਹੀਂ ਹੋ ਸਕਦਾ। ਅਸੀਂ ਕੀਤਾ ਤੇ ਸਾਨੂੰ ਪ੍ਰਾਪਤੀ ਹੋਣੀ ਹੈ, ਤੇ ਅਸੀਂ ਉਹ ਕਰਨ ਲੱਗਿਆ ਕੀ ਗਲਤੀ ਤੇ ਕੀ ਔਗਣ ਕਰ ਬੈਠੇ ਆ, ਬਸ ਉਹਦਾ ਖਿਆਲ ਜਿੱਦਣ ਕਰ ਲਾਂਗੇ ਉਦਣ ਸਮਝ ਲੱਗੇਗੀ ਵੀ ਰੱਬ ਸੱਚਮੁੱਚ ਇਨਸਾਫ ਕਰਦਾ ਹੈ, ਰੱਬ ਬੇਇਨਸਾਫੀ ਨਹੀਂ ਕਰਦਾ। ਅੱਜ ਸਾਡੇ ਕੀਤੇ ਕਰਮ ਛਿਪੇ ਹੋਏ ਨੇ ਤੇ ਅਸੀਂ ਦਾਅਵਾ ਨਹੀਂ ਕਰ ਸਕਦੇ ਕਿ ਸਾਡੇ ਕੀਤੇ ਕਰਮ ਛਿਪੇ ਹੀ ਰਹਿਣਗੇ। ਹੋ ਸਕਦਾ ਹੈ ਅਕਾਲ ਪੁਰਖ ਪਰਮੇਸ਼ਵਰ ਕੋਈ ਐਸੀ ਕਲਾ ਵਰਤਾ ਦੇ ਸਾਡੇ ਸਾਰੇ ਕਰਮ ਸਾਹਮਣੇ ਆ ਜਾਣ। ਤੇ ਇਹ ਵੀ ਹੋ ਸਕਦਾ ਹੈ ਕਿ ਜੇ ਅਸੀਂ ਕਰਮ ਕਰ ਲਏ, ਕਰਮ ਕਰਕੇ ਅੱਜ ਅਸੀਂ ਛਿਪਾ ਕੇ ਬੈਠੇ ਹਾਂ, ਰੱਬ ਅੱਗੇ ਹੱਥ ਜੋੜ ਅਸੀਂ ਪਛਤਾਵਾ ਕਰ ਲਈਏ, ਰੱਬਾ ਕਿਰਪਾ ਕਰੀ ਸਾਡੇ ਕਰਮਾਂ ਤੇ ਪਰਦਾ ਪਾਇਆ ਹੀ ਰਹਿਣ ਦੇ, ਕਿਉਂਕਿ ਜੇ ਪਰਦਾ ਚੁੱਕਿਆ ਗਿਆ ਨਾ ਮੈਂ ਸਮਾਜ ਵਿੱਚ ਬੈਠਣ ਜੋਗਾ ਵੀ ਨਹੀਂ ਰਹਿਣਾ, ਤੇ ਕਿਰਪਾ ਕਰ ਇਹ ਪਰਦਾ ਪਿਆ ਹੀ ਰਹਿਣ ਦੇ। ਰੱਬ ਪਰਦਾ ਪਿਆ ਰਹਿਣ ਦੇਵੇ। ਬਸ ਇੰਨਾ ਹੈ ਕਿ ਉਹ ਕਿਸੇ ਨਾਲ ਨਾ ਇਨਸਾਫੀ ਨਹੀਂ ਜੇ ਕਰਦਾ। ਜੋ ਕਰਦਾ ਭਲੇ ਲਈ ਕਰਦਾ, ਜੋ ਕਰਦਾ ਚੰਗੇ ਲਈ ਕਰਦਾ, ਤੇ ਜੋ ਕਰਦਾ ਇਨਸਾਫ ਕਰਦਾ। ਨਾ ਇਨਸਾਫੀ ਰੱਬ ਨੇ ਕਦੇ ਵੀ ਕਿਸੇ ਨਾਲ ਨਹੀਂ ਕੀਤੀ। ਸੱਚ ਸਿਰਜਿਓ ਸੰਸਾਰ, ਆਪ ਅਭੁੱਲ ਨਾ ਭੁੱਲੋ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਜ਼ਿਕਰ ਕੀਤਾ, ਕਹਿੰਦੇ ਉਹ ਸੱਚੇ ਨੇ ਆਪ ਸਾਰੇ ਦੇ ਸਾਰੇ ਸੰਸਾਰ ਨੂੰ ਸਿਰਜਿਆ, ਤੇ ਸਾਰੇ ਸੰਸਾਰ ਨੂੰ ਸਿਰਜਦਿਆਂ ਹੋਇਆਂ ਆਪ ਅਭੁੱਲ ਨਾ ਭੁੱਲੋ।
ਅਭੁੱਲ ਹੈ ਉਹ ਕਦੇ ਭੁੱਲਦਾ ਨਹੀਂ। ਤੇ ਬੰਦਾ ਰੱਬ ਦੇ ਬਣਾਏ ਸੰਸਾਰ ਨੂੰ ਵੇਖ ਕੇ ਨਾ, ਰੱਬ ਦੀਆਂ ਬਣਤਰਾਂ ਵੇਖ ਕੇ ਤੇ ਉਹਦੇ ਵਿੱਚ ਹੀ ਖੁਨਾਮੀਆਂ ਕੱਢੀ ਜਾਂਦਾ ਹੈ। ਰੱਬਾ ਤੈਨੂੰ ਬਣਾਉਣਾ ਹੀ ਨਹੀਂ ਆਇਆ, ਜਾਂ ਰੱਬਾ ਤੂੰ ਮੇਰੇ ਕੋਲੋਂ ਸਲਾਹ ਲੈ ਲੈਂਦਾ, ਮੈਂ ਤੈਨੂੰ ਦੱਸਦਾ ਕਿੱਦਾਂ ਬਣਾਈਦਾ। ਇਨਸਾਨ ਦੀ ਸੋਚ ਵੇਖੋ ਨਾ। ਗੁਰੂ ਅਰਜਨ ਸਾਹਿਬ ਕਹਿ ਰਹੇ ਵੀ ਉਹ ਅਭੁੱਲ ਹੈ, ਉਹ ਕਦੇ ਭੁੱਲਦਾ ਨਹੀਂ। ਜਿਹਨੂੰ ਮਾਲਕ ਪਾਤਸ਼ਾਹ ਵੀ ਕਹਿੰਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੋ ਸ਼ਖਸ ਐਸੇ ਨੇ ਜਿਹੜੇ ਕਦੇ ਨਹੀਂ ਭੁੱਲਦੇ, ਨਾ ਇਹ ਕਦੇ ਭੁੱਲਦੇ ਨੇ ਤੇ ਨਾ ਹੀ ਇਹ ਕਦੇ ਗਲਤੀ ਕਰਦੇ ਨੇ। ਖਿਆਲ ਕਰਿਓ, ਭੁੱਲਣਾ ਮਤਲਬ ਖਿਆਲ ਵਿੱਚੋਂ ਨਿਕਲ ਜਾਣਾ, ਤੇ ਨਾਲ ਭੁੱਲਣ ਮਤਲਬ ਭੁੱਲ ਕਰਨੀ, ਗਲਤੀ ਕਰਨੀ। ਨਾ ਰੱਬ ਤੇ ਗੁਰੂ ਕਦੇ ਭੁੱਲਦੇ, ਇਹਨਾਂ ਦੇ ਖਿਆਲ ਚੋਂ ਕਦੇ ਕੁਝ ਨਹੀਂ ਜੇ ਨਿਕਲਿਆ, ਤੇ ਨਾ ਹੀ ਰੱਬ ਤੇ ਗੁਰੂ ਕਦੇ ਕਿਸੇ ਗੱਲ ਨੂੰ ਭੁੱਲਦੇ। ਕਦੇ ਭੁੱਲ ਕੇ ਵੀ ਕਰਮ ਕਰਦੇ, ਗਲਤੀ ਇਹਨਾਂ ਕਦੇ ਵੀ ਨਹੀਂ ਕੀਤੀ। ਦੋ ਸ਼ਖਸ ਐਸੇ, ਰੱਬ ਔਰ ਗੁਰੂ। ਤੇ ਗੁਰੂ ਸਾਹਿਬ ਕਹਿੰਦੇ ਭਾਈ ਉਹਨੇ ਆਪ ਸਾਰੇ ਦਾ ਸਾਰਾ ਸੰਸਾਰ ਸਿਰਜਿਆ। ਹੁਣ ਸਿਰਜ ਕੇ ਸੰਸਾਰ ਉਹਨੇ ਬਣਾ ਕੇ ਸੰਸਾਰ ਸਾਰਾ ਤੇ ਸਾਰੀ ਖੇਡ ਰਚ ਦਿੱਤੀ। ਹੁਣ ਰੱਬ ਦੀ ਰਚੀ ਹੋਈ ਖੇਡ ਵਿੱਚ ਉਹਨੇ ਕੋਈ ਭੁੱਲ ਨਹੀਂ ਕੀਤੀ, ਉਹਨੇ ਕੋਈ ਗਲਤੀ ਨਹੀਂ ਕੀਤੀ, ਪਰ ਬੰਦਾ ਫੇਰ ਵੀ ਰੱਬ ਨੂੰ ਬਲੇਮ ਕਰਨ ਲੱਗਿਆ ਬੜੀ ਛੇਤੀ ਬਲੇਮ ਕਰ ਦਿੰਦਾ ਹੈ। ਰੱਬਾ ਜੇ ਆਹ ਕਰਮ ਤੂੰ ਏਦਾਂ ਕਰਦਾ ਨਾ ਤੇ ਜ਼ਿਆਦਾ ਵਧੀਆ ਹੋਣਾ ਸੀ। ਉਹ ਜਿਵੇਂ ਕਹਿ ਸਕਦੇ ਆ ਨਾ, ਅਸੀਂ ਆਪਣੇ ਘਰ ਤੱਕ ਸੀਮਤ ਆ ਤੇ ਕੀ ਸੋਚਣਾ, ਅਸੀਂ ਘਰ ਬਾਰੇ ਸੋਚਣਾ। ਤੇ ਜਿਹੜਾ ਹੁਣ ਕਿਸੇ ਪੋਸਟ ਉੱਤੇ ਬੈਠਾ ਹੈ, ਅਹੁਦੇ ਤੇ ਬੈਠਾ ਹੈ, ਉਹਨੇ ਇਕੱਲਾ ਆਪਣੇ ਬਾਰੇ ਥੋੜੀ ਸੋਚਣਾ, ਉਹ ਹੋਰਾਂ ਵੀ ਕਈਆਂ ਬਾਰੇ ਉਹਨੂੰ ਸੋਚਣਾ ਪਏਗਾ। ਜਿਵੇਂ ਬੱਚਾ ਜਿਹੜਾ, ਬਾਲਕ ਜਿਹੜਾ ਹੈ ਨਾ, ਉਹਨੇ ਜਦੋਂ ਸੋਚਣਾ ਉਹਨੇ ਸਿਰਫ ਆਪਣੇ ਬਾਰੇ ਸੋਚਣਾ, ਉਹ ਆਪਣੇ ਤੱਕ ਹੀ ਸੀਮਤ ਹੈ। ਤੇ ਜਿਹੜਾ ਫੈਮਿਲੀ ਦਾ ਆਗੂ ਹੈ, ਮੋਹਤਬਾਰ ਹੈ, ਉਹਨੇ ਜਦੋਂ ਸੋਚਣਾ ਆਪਣੇ ਬਾਰੇ ਨਹੀਂ, ਆਪਣੇ ਪਰਿਵਾਰ ਸਾਰੇ ਨੂੰ ਲੈ ਕੇ ਸੋਚਣਾ ਵੀ ਮੇਰਾ ਇਕੱਲਾ ਨਹੀਂ, ਬਾਕੀ ਪਰਿਵਾਰ ਵੀ ਹੈ। ਇਸੇ ਤਰ੍ਹਾਂ ਜਿਵੇਂ ਆਪਾਂ ਆਪਣੇ ਘਰ ਨੂੰ ਲੈ ਕੇ ਸੋਚਦੇ ਹਾਂ, ਜਿਹੜਾ ਸਾਡੇ ਮੁਹੱਲੇ ਦਾ ਪ੍ਰਧਾਨ ਹੈ, ਉਹਨੇ ਜਦੋਂ ਸੋਚਣਾ ਸਾਰੇ ਮੁਹੱਲੇ ਨੂੰ ਲੈ ਕੇ ਸੋਚਣਾ, ਆਪਣੇ ਬਾਰੇ ਨਹੀਂ। ਜੋ ਅਸਲ ਵਿੱਚ ਉਹਦਾ ਕਰਮ ਬਣਦਾ ਹੈ ਉਹ ਇਹੀ ਬਣਦਾ ਹੈ ਨਾ ਵੀ ਉਹ ਸਾਰੇ ਮੁਹੱਲੇ ਨੂੰ ਲੈ ਕੇ ਸੋਚੇ। ਇਸੇ ਤਰ੍ਹਾਂ ਫਿਰ ਸਿਟੀ ਦੀ ਗੱਲ ਕਰਾਂਗੇ, ਜਿਹੜਾ ਸਿਟੀ ਨੂੰ ਸਾਂਭਣ ਦੀ ਪੋਸਟ ਤੇ ਬੈਠਾ ਹੈ, ਉਹਨੂੰ ਸਾਰੀ ਸਿਟੀ ਬਾਰੇ ਸੋਚਣਾ ਪਏਗਾ, ਸਾਰੇ ਸ਼ਹਿਰ ਬਾਰੇ ਸੋਚਣਾ ਪਏਗਾ। ਫਿਰ ਇੱਕ ਰਾਜ ਸਾਰੇ ਨੂੰ ਸਾਂਭਣ ਵਾਲਾ, ਹੁਣ ਜਿਹੜਾ ਰਾਜ ਦੀ ਸੰਭਾਲ ਕਰਨ ਵਾਲਾ, ਉਹਨੂੰ ਸਾਰੇ ਰਾਜ ਬਾਰੇ ਸੋਚਣਾ ਪੈਣਾ। ਅਸੀਂ ਆਪਣੇ ਘਰ 'ਚ ਬੈਠੇ ਆ, ਅੰਦਾਜ਼ੇ ਲਾਈ ਜਾਈਏ, ਨਹੀਂ ਜੀ ਉਹਦਾ ਇਹ ਫੈਸਲਾ ਗਲਤ ਹੈ, ਨਹੀਂ ਜੀ ਉਹਦਾ ਇਹ ਫੈਸਲਾ ਗਲਤ ਹੈ। ਉਹ ਸਾਡੇ ਅੰਦਾਜ਼ੇ ਗਲਤ ਹੋ ਸਕਦੇ ਨੇ, ਕਿਉਂਕਿ ਉਹਦੇ ਫੈਸਲਾ ਕਿਸ ਆਧਾਰ ਤੇ ਲਿਆ, ਕਿਸ ਕਾਰਨ ਕਰਕੇ ਲਿਆ, ਅਸੀਂ ਇਹਦਾ ਕੋਈ ਅੰਦਾਜ਼ਾ ਨਹੀਂ ਜੇ ਲਾ ਸਕਦੇ, ਕੋਈ ਦਾਅਵਾ ਨਹੀਂ ਕਰ ਸਕਦੇ, ਕਿਉਂਕਿ ਉਹਨੇ ਸਾਰੇ ਰਾਜ ਭਾਗ ਨੂੰ ਵੇਖ ਕੇ, ਸਾਰੇ ਰਾਜ ਨੂੰ ਵੇਖ ਕੇ, ਸਾਰੀ ਸਟੇਟ ਨੂੰ ਵੇਖ ਕੇ ਉਹਨੇ ਫਿਰ ਫੈਸਲਾ ਲੈਣਾ। ਏਦਾਂ ਹੀ ਪੂਰੀ ਕੰਟਰੀ ਦੀ ਬਾਤ ਕਰ ਲਓ ਵੀ ਜਿਹੜਾ ਕੰਟਰੀ ਨੂੰ ਚਲਾਉਣ ਵਾਲਾ, ਕੰਟਰੀ ਦੀ ਸਾਂਭ ਸੰਭਾਲ ਕਰਨ ਵਾਲਾ, ਉਹਨੇ ਜਦੋਂ ਫੈਸਲਾ ਲੈਣਾ ਸਾਰੀ ਕੰਟਰੀ ਨੂੰ ਵੇਖ ਕੇ ਫਿਰ ਫੈਸਲਾ ਲੈਣਾ। ਘਰ ਵਿੱਚ ਬੈਠਾ ਬੰਦਾ ਤੇ ਇਹੀ ਕਹੀ ਜਾਂਦਾ ਨਾ ਉਹਦਾ ਫੈਸਲਾ ਗਲਤ ਹੈ ਜੀ, ਇਹ ਫੈਸਲਾ ਉਹਦਾ ਠੀਕ ਨਹੀਂ ਹੈ। ਅਕਾਲ ਪੁਰਖ ਪਰਮੇਸ਼ਵਰ ਨੇ ਸਾਰੇ ਸੰਸਾਰ ਦੀ ਸੰਭਾਲ ਕਰਨੀ, ਉਹਨੇ ਜਦੋਂ ਫੈਸਲਾ ਲੈਣਾ ਸਾਰੇ ਸੰਸਾਰ ਨੂੰ ਵੇਖ ਕੇ ਲੈਣਾ। ਘਰ 'ਚ ਬੈਠਾ ਬੰਦਾ ਤੇ ਭਾਵੇਂ ਇਹ ਵੀ ਕਹੀ ਜਾਏ ਰੱਬਾ ਤੂੰ ਬਈ ਠੀਕ ਨਹੀਂ, ਇਹ ਗਲਤ ਕੀਤਾ। ਜਿਵੇਂ ਇੱਕ ਘਟਨਾ ਬੜੀ ਪਿਆਰੀ ਮਿਲਦੀ, ਇੱਕ ਬੰਦਾ ਨਾ ਕਿਤੇ ਚਲੇ ਗਿਆ ਘੁੰਮਣ ਵਾਸਤੇ, ਤੁਰਿਆ ਫਿਰਿਆ ਟਹਿਲਦਾ ਹੋਇਆ ਚਲੇ ਗਿਆ ਤੇ ਜਾ ਕੇ ਇੱਕ ਬਗੀਚੇ ਵਿੱਚ ਬੈਠਾ ਤੇ ਬਗੀਚੇ ਵਿੱਚ ਵੇਖਦਾ ਕੀ ਵੀ ਉੱਥੇ ਤਰਬੂਜ਼ ਲੱਗੇ ਹੋਏ ਵੱਡੇ ਵੱਡੇ। ਹੁਣ ਤਰਬੂਜ਼ ਲੱਗਦਾ ਵੇਲਾਂ ਨੂੰ, ਵੇਖ ਕੇ ਤੇ ਹੈਰਾਨ ਵੀ ਵੇਲ ਬੜੀ ਪਤਲੀ ਜਿਹੀ ਆ, ਇਹਨੂੰ ਫਲ ਕਿੱਡੇ ਵੱਡੇ ਵੱਡੇ ਲੱਗੇ। ਅਗਾਂਹ ਤੁਰਿਆ ਗਿਆ ਤੇ ਵੇਖਦਾ ਇੱਕ ਰੁੱਖ ਦੇ ਹੇਠਾਂ ਬਹਿ ਗਿਆ, ਢੋ ਲਾ ਕੇ ਸਹਾਰਾ ਲੈ ਕੇ, ਤੇ ਉੱਪਰ ਵੱਲ ਨਿਗਾਹ ਪਈ ਤੇ ਵੇਖਦਾ ਕੀ ਹੈ, ਉੱਪਰ ਜਾਮਣ ਲੱਗੇ ਹੋਏ। ਉਹ ਜਾਮਨਾਂ ਨੂੰ ਵੇਖ ਕੇ ਰੱਬ ਨਾਲ ਸ਼ੰਕਾ ਕਰ ਲਿਆ, ਰੱਬਾ ਵੇਖਿਆ ਕਿਤੇ ਮੇਰੇ ਤੋਂ ਸਲਾਹ ਲੈਂਦਾ, ਤੈਨੂੰ ਮੈਂ ਦੱਸਦਾ ਵੀ ਫਲ ਕਿਵੇਂ ਲਾਈਦਾ। ਵੀ ਉਹ ਮਾੜੀ ਜਿਹੀ ਵੇਲ, ਉਹਨੂੰ ਏਡੇ ਏਡੇ ਤਰਬੂਜ ਲਾਏ ਤੂੰ, ਤੇ ਆ ਐਡਾ ਵੱਡਾ ਉੱਚਾ ਰੁੱਖ ਤੈਨੂੰ ਨਿੱਕੇ ਨਿੱਕੇ ਜਾਮਣ ਲਾਏ। ਇੰਨਾ ਸੋਚਦਾ ਸੋਚਦਾ ਉੱਥੇ ਅੱਖ ਲੱਗ ਗਈ, ਸੌਂ ਗਿਆ।
ਤੇ ਇੰਨੇ ਨੂੰ ਕੀ ਹੋਇਆ, ਸੁੱਤਿਆਂ ਪਿਆ ਨਾ ਅਚਾਨਕ ਚੱਕ ਇੱਕ ਜਾਮਨ ਟੁੱਟਿਆ ਤੇ ਆ ਕੇ ਨੱਕ ਦੇ ਉੱਤੇ ਵੱਜਾ। ਜਦੋਂ ਨੱਕ ਤੇ ਵੱਜਾ ਤੇ ਉੱਠ ਕੇ ਤਰਬਕ ਕੇ ਡਰ ਪਿਆ, ਡਰ ਕੇ ਉੱਠਿਆ। ਜਦੋਂ ਡਰ ਕੇ ਉੱਠਿਆ ਨਾ, ਫਿਰ ਆਪਣੇ ਹੱਥ ਜੋੜ ਕੇ ਕਹਿੰਦਾ, ਨਹੀਂ ਰੱਬਾ ਤੂੰ ਜੋ ਕੀਤਾ ਠੀਕ ਹੀ ਕੀਤਾ, ਕਿਉਂਕਿ ਜੇ ਉੱਤੇ ਤਰਬੂਜ ਲੱਗਾ ਹੁੰਦਾ ਤੇ ਮੇਰਾ ਕੀ ਬਣਦਾ। ਹੁਣ ਅਸੀਂ ਕਿਸੇ ਤਰੀਕੇ ਨਾਲ ਵੀ ਇਹ ਨਹੀਂ ਕਹਿ ਸਕਦੇ ਕਿ ਰੱਬ ਦਾ ਕੋਈ ਵੀ ਕਰਮ ਜਿਹੜਾ ਨਾ ਉਹ ਗਲਤ ਹੈ। ਸਿਰਫ ਸਾਡੀ ਸੋਚ ਤੇ ਸਾਡੀ ਸਮਝ ਸੀਮਤ ਹੈ, ਤੇ ਉਹਦੇ ਕਰਕੇ ਅਸੀਂ ਆਪਣੀ ਥੋੜੀ ਸੋਚ ਹੋਣ ਕਰਕੇ ਰੱਬ ਵਿੱਚ ਖੁਨਾਮੀਆਂ ਕੱਢ ਦਿੰਨੇ ਆ। ਪਰ ਰੱਬ ਵਿੱਚ ਖੁਨਾਮੀ ਹੈ ਕੋਈ ਨਹੀਂ। ਉਹਨੇ ਜੋ ਵੀ ਬਣਾਇਆ ਕਿਸੇ ਨਾ ਕਿਸੇ ਆਧਾਰ ਉੱਤੇ, ਕਿਸੇ ਨਾ ਕਿਸੇ ਤਰੀਕੇ ਉੱਤੇ ਬਣਾਇਆ, ਤੇ ਹਰ ਚੀਜ਼ ਨੂੰ ਖਿਆਲ ਰੱਖਦਿਆਂ ਹੋਇਆਂ ਉਹਨੇ ਬਣਾਇਆ। ਜਿਵੇਂ ਆਪਾਂ ਕਹਿ ਲਈਏ ਵੀ ਆਪਣੀ ਬਣਤਰੀ ਅਸੀਂ ਵੇਖ ਲਈਏ, ਸਾਡੀਆਂ ਅੱਖਾਂ, ਸਾਡੀ ਜ਼ੁਬਾਨ, ਸਾਡਾ ਨੱਕ, ਉਹਨੇ ਇੱਕੋ ਪਾਸੇ ਲਾਏ। ਲੱਤਾਂ ਵੀ ਸਾਡੀਆਂ ਅਗਾਂਹ ਨੂੰ ਹੀ ਤੁਰਦੀਆਂ, ਪਿਛਾਂਹ ਨੂੰ ਨਹੀਂ ਤੁਰਦੀਆਂ। ਪਿਛਾਂਹ ਨੂੰ ਜਦੋਂ ਅਸੀਂ ਚੱਲਦੇ ਹਾਂ ਸਾਨੂੰ ਮੁੜ ਮੁੜ ਕੇ ਵੇਖਣਾ ਪੈਂਦਾ, ਫਿਰ ਅਸੀਂ ਪਿੱਛੇ ਨੂੰ ਕਦਮ ਪੁੱਟਦੇ ਹਾਂ। ਜੇ ਉਲਟਾ ਵੀ ਤੁਰਦੇ ਹਾਂ ਤੇ ਅਸੀਂ ਉਹਨੂੰ ਪਹਿਲੋਂ ਪਿੱਛੇ ਨੂੰ ਘੁੰਮ ਘੁੰਮ ਵੇਖਣਾ ਪੈਂਦਾ ਵੀ ਭਾਈ ਮਗਰ ਕੁਛ ਆ ਤੇ ਨਹੀਂ ਰਿਹਾ, ਮੈਂ ਐਵੇਂ ਕਿਤੇ ਵੱਜਾਂ ਨਾ। ਹੁਣ ਮੰਨ ਲਓ ਰੱਬ ਅੱਖਾਂ ਪਿਛਲੇ ਪਾਸੇ ਲਾ ਦਿੰਦਾ ਤੇ ਅਗਾਂਹ ਨੂੰ ਲੱਤਾਂ ਤੁਰਦੀਆਂ, ਤੇ ਕਿਸ ਤਰੀਕੇ ਨਾਲ ਅਸੀਂ ਤੁਰਦੇ। ਹੁਣ ਬਣਾਉਣ ਨੂੰ ਤੇ ਇਨਸਾਨ ਜੋ ਮਰਜ਼ੀ ਬਣਾਈਦਾ, ਰੱਬ ਨੂੰ ਜੋ ਮਰਜ਼ੀ ਕਹੀ ਜਾਏ ਵੀ ਰੱਬਾ ਤੂੰ ਆਹ ਬਣਤਰ ਠੀਕ ਨਹੀਂ ਬਣਾਈ, ਜਾਂ ਤੈਨੂੰ ਆਹ ਬਣਾਉਣਾ ਨਹੀਂ ਆਇਆ, ਜਾਂ ਇਸ ਤਰੀਕੇ ਨਾਲ ਜੀਵ ਨੂੰ ਬਣਾਉਣਾ ਚਾਹੀਦਾ ਸੀ। ਨਹੀਂ, ਰੱਬ ਨੇ ਜੋ ਬਣਾਇਆ, ਜਿਸ ਢੰਗ ਨਾਲ ਬਣਾਇਆ, ਬੜਾ ਵਧੀਆ ਬਣਾਇਆ, ਬੜੇ ਚੰਗੇ ਤਰੀਕੇ ਨਾਲ ਬਣਾਇਆ, ਤੇ ਹਰ ਚੀਜ਼ ਨੂੰ ਸੋਚ ਵਿਚਾਰ ਕੇ ਰੱਬ ਨੇ ਫੇਰ ਬਣਾਇਆ। ਕੋਈ ਵੀ ਵਸਤੂ, ਕੋਈ ਪਦਾਰਥ ਉਹਨੇ ਐਸਾ ਨਹੀਂ ਬਣਾਇਆ ਜਿਹਨੂੰ ਇਨਸਾਨ ਫਾਲਤੂ ਕਹਿ ਸਕਦਾ ਹੋਵੇ, ਜਾਂ ਜਿਹਨੂੰ ਇਹ ਕਹਿ ਸਕਦਾ ਹੋਵੇ ਰੱਬਾ ਤੂੰ ਆਹ ਬਣਾਉਣ ਲੱਗਿਆ ਮੇਰੇ ਤੋਂ ਪੁੱਛ ਲੈਂਦਾ ਤੇ ਮੈਂ ਦੱਸਦਾ ਕਿੱਦਾਂ ਬਣਾਈਦਾ, ਬਣਾਉਣਾ ਚਾਹੀਦਾ ਸੀ ਕਿ ਨਹੀਂ ਬਣਾਉਣਾ ਚਾਹੀਦਾ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਅਕਾਲ ਪੁਰਖ ਸੱਚਾ ਹੈ, ਸੱਚ ਸਿਰਜਿਓ ਸੰਸਾਰ। ਉਹਨੇ ਸਾਰੇ ਦੇ ਸਾਰੇ ਸੰਸਾਰ ਦੀ ਸਿਰਜਣਾ ਵੀ ਆਪ ਕੀਤੀ। ਜਿੱਥੇ ਸਾਰੇ ਦੇ ਸਾਰੇ ਸੰਸਾਰ ਨੂੰ ਉਹ ਸਿਰਜ ਰਿਹਾ, ਆਪ ਭੁੱਲ ਨਾ ਭੁੱਲੋ, ਉਹ ਹੈ ਵੀ ਅਭੁੱਲ, ਉਹਨੇ ਕੋਈ ਭੁੱਲ ਨਹੀਂ ਕੀਤੀ। ਉਹਨੇ ਹਰ ਚੀਜ਼ ਨੂੰ ਬੜੇ ਚੰਗੇ ਤਰੀਕੇ ਤੇ ਢੰਗ ਦੇ ਨਾਲ ਬਣਾਇਆ ਹੈ। ਰਤਨ ਨਾਮ ਅਪਾਰ, ਕੀਮ ਨਹਿ ਪਵੈ ਅਮੁੱਲੋ। ਫਿਰ ਉਸ ਮਾਲਕ ਦੀ ਨਾ ਸੰਸਾਰ 'ਚ ਇੱਕ ਹੋਰ ਹੈਰਾਨੀਜਨਕ ਕਰਮ ਹੈ ਕਿ ਜੀਵ ਅਰਬਾਂ ਤੇ ਖਰਬਾਂ ਦੀ ਗਿਣਤੀ ਵਿੱਚ ਨੇ, ਪਰ ਉਸ ਮਾਲਕ ਨੇ ਬਣਾਉਣ ਲੱਗਿਆਂ ਐਸਾ ਕਿਹੜਾ ਸਾਂਚਾ ਤੇ ਢੰਗ ਵਰਤਿਆ, ਕਿਹੜਾ ਢਾਂਚਾ ਉਸ ਮਾਲਕ ਨੇ ਵਰਤਿਆ ਵੀ ਇੱਕ ਜੀਵ ਦੂਜੇ ਜੀਵ ਨਾਲ ਮੇਲ ਹੀ ਨਹੀਂ ਖਾਂਦਾ। ਇਨਸਾਨ ਦੀ ਬਣਾਈ ਕੋਈ ਵਸਤੂ ਇੱਕ ਵਾਰੀ ਸਾਂਚਾ ਬਣਾ ਲੈਂਦਾ, ਮੁੜ ਕੇ ਉਸੇ ਤੋਂ ਹੀ ਬਣਾਈ ਜਾਂਦਾ। ਉਹ ਚੀਜ਼ ਜਿੰਨੀ ਵਾਰੀ ਬਣਾਉਣੀ ਉਹਨੇ ਉਸੇ ਸਾਂਚੇ 'ਚੋਂ ਬਣਾਉਣੀ ਹੈ। ਜਿਹਨੂੰ ਜੇ ਮਾਡਰਨ ਭਾਸ਼ਾ ਵਿੱਚ ਆਖਾਂਗੇ ਤੇ ਡਾਈ, ਇਨਸਾਨ ਇੱਕ ਡਾਈ ਤਿਆਰ ਕਰ ਲੈਂਦਾ, ਉਹਦੇ ਵਿੱਚੋਂ ਹੀ ਉਹਨੇ ਸਾਰਾ ਸਾਮਾਨ ਬਣਾਉਣਾ ਵੀ ਇਹਦੇ ਚੋਂ ਹੀ ਬਣੇਗਾ ਜੀ ਸਾਰਾ ਕੁਝ। ਰੱਬ ਨੇ ਕਿਸ ਢੰਗ ਨਾਲ ਬਣਾਇਆ ਜੀਵ, ਇੱਕ ਦੀ ਸ਼ਕਲ ਦੂਜੇ ਨਾਲ ਮਿਲਦੀ ਹੀ ਨਹੀਂ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਸੀ ਨਾ ਮੇਰਾ ਸੱਚ ਹੈ, ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ। ਉਹਨੇ ਕੋਈ ਕਿਸੇ ਵਰਗਾ ਬਣਾਇਆ ਹੀ ਨਹੀਂ। ਇਹ ਵੀ ਉਹਦੀ ਇੱਕ ਬੜੀ ਵੱਡੀ ਬਣਤਰ ਤੇ ਬੜਾ ਵੱਡਾ ਗੁਣ ਹੈ। ਨਹੀਂ ਤੇ ਬੰਦਾ ਜਿੰਨਾ ਮਰਜ਼ੀ ਯਤਨ ਕਰ ਲੇ, ਉਹ ਚਾਹ ਕੇ ਵੀ ਇੱਕ ਤੋਂ ਦੂਜੇ ਵਰਗਾ ਬਣਾਉਂਦਿਆਂ ਕਿਤੇ ਨਾ ਕਿਤੇ ਉਹਨੂੰ ਸੁਮੇਲ ਕਰਨਾ ਹੀ ਪੈ ਜਾਂਦਾ ਹੈ। ਭਾਈ ਇੱਥੇ ਮਿਲੇਗਾ ਹੀ ਮਿਲੇਗਾ। ਬੰਦਾ ਜਿੱਡਾ ਮਰਜ਼ੀ ਸ਼ਾਰਪ ਬੁੱਧੀ ਦਾ ਮਾਲਕ ਕਿਉਂ ਨਾ ਹੋਵੇ, ਸ਼ਾਰਪ ਮਾਈਂਡ ਦਾ ਮਾਲਕ ਕਿਉਂ ਨਾ ਹੋਵੇ, ਪਰ ਜਦੋਂ ਕਿਸੇ ਚੀਜ਼ ਨੂੰ ਬਣਾਉਂਦਾ ਉਹ ਇੱਕੋ ਜਿਹੀ ਬਣਾ ਦਿੰਦਾ। ਪਰ ਅਕਾਲ ਪੁਰਖ ਨੇ ਸਾਰੇ ਸੰਸਾਰ ਵਿੱਚ ਕਿੰਨੇ ਆਬਾਦੀ ਉਹਨੇ ਬਣਾਈ, ਅਰਬਾਂ ਤੇ ਖਰਬਾਂ ਦੀ ਆਬਾਦੀ ਉਹਨੇ ਬਣਾਈ, ਪਰ ਇੱਕ ਬੰਦਾ ਦੂਜੇ ਨਾਲ ਮੇਲ ਨਹੀਂ ਜੇ ਖਾਂਦਾ। ਖੈਰ ਸਤਿਗੁਰੂ ਫਿਰ ਕਹਿੰਦੇ ਰਤਨ ਨਾਮ ਅਪਾਰ, ਕੀਮ ਨਹ ਪਵੈ ਅਮੁੱਲੋ। ਉਹ ਰੱਬ ਦਾ ਜਿਹੜਾ ਨਾਮ ਰੂਪੀ ਰਤਨ ਹੈ ਨਾ ਉਹ ਅਪਾਰ ਹੈ, ਉਹਦਾ ਕੋਈ ਪਾਰਾਵਾਰ ਨਹੀਂ। ਕੀਮ ਨਹ ਪਵੈ, ਉਹਦੀ ਕੀਮਤ ਵੀ ਨਹੀਂ ਪੈਂਦੀ, ਤੇ ਅਮੁੱਲੋ ਕਿਉਂਕਿ ਉਹ ਅਮੁੱਲ ਹੈ। ਜਿਹਨੂੰ ਸਤਿਗੁਰੂ ਜੀ ਕਹਿੰਦੇ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਉਹ ਮਾਲਕ ਪਰਮੇਸ਼ਵਰ ਜਿਹੜਾ ਨਾ ਅਮੁੱਲ ਹੈ, ਉਹਦੇ ਗੁਣ ਵੀ ਅਮੁੱਲ ਨੇ ਤੇ ਉਹਦੇ ਗੁਣਾਂ ਦਾ ਵਪਾਰ ਵੀ ਅਮੁੱਲ ਹੈ। ਜਿੱਥੇ ਉਹਦੇ ਗੁਣ ਅਮੁੱਲ ਤੇ ਗੁਣਾਂ ਦਾ ਵਪਾਰ ਅਮੁੱਲ ਹੈ,
ਉੱਥੇ ਉਹਦੇ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀਏ ਵੀ ਅਮੁੱਲ ਨੇ। ਇਹ ਨਹੀਂ ਉਹਦੇ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀਏ ਮੁੱਲ ਵਾਲੇ ਹੋਣਗੇ, ਉਹ ਵੀ ਅਮੁੱਲ। ਤੇ ਅਮੁੱਲ ਭੰਡਾਰ, ਜਿਹੜਾ ਭੰਡਾਰਾ ਹੈ, ਚਾਹੇ ਵਪਾਰੀਆਂ ਦੀ ਗੱਲ ਕਰ ਲਓ ਉਹਨਾਂ ਕੋਲ, ਤੇ ਭਾਵੇਂ ਰੱਬ ਦੇ ਗੁਣਾਂ ਦੇ ਭੰਡਾਰ ਦੀ ਗੱਲ ਕਰ ਲਓ, ਉਹ ਵੀ ਅਮੁੱਲ ਹੀ ਹੈ। ਉਹ ਵੀ ਕਿਸੇ ਪ੍ਰਕਾਰ ਅਸੀਂ ਮੁੱਲ ਵਿੱਚ ਲੈ ਕੇ ਨਹੀਂ ਆ ਸਕਦੇ। ਤੇ ਉਹ ਪ੍ਰਮਾਤਮਾ ਜਿਹੜਾ, ਉਹਦਾ ਦੀਵਾਨ ਵੀ ਅਮੁੱਲ, ਉਹਦਾ ਫਰਮਾਨ ਵੀ ਅਮੁੱਲ। ਹਰ ਚੀਜ਼ ਦੀ ਜਦੋਂ ਬਾਤ ਕਰਾਂਗੇ, ਰੱਬ ਨੇ ਜਿਹੜੀ ਵੀ ਵਸਤੂ ਪਦਾਰਥ ਬਣਾਏ ਨੇ ਉਹ ਅਮੁੱਲਕ ਨੇ, ਉਹਨਾਂ ਦਾ ਕੋਈ ਮੁੱਲ ਨਹੀਂ ਜੇ। ਬਸ ਬੰਦੇ ਦੀ ਬੁੱਧੀ ਇੰਨੀ ਕੁ ਹੈ, ਇਹਨੇ ਰੱਬ ਦੀ ਬਣਾਈ ਚੀਜ਼ ਦਾ ਵੀ ਮੁੱਲ ਰੱਖ ਲਿਆ। ਕਿੱਡੀ ਹੈਰਾਨੀਜਨਕ ਬਾਤ ਹੈ। ਆਕਸੀਜਨ ਕਿੰਨੇ ਬਣਾਈ ਹੈ? ਰੱਬ ਨੇ। ਰੱਬ ਦੀ ਦਿੱਤੀ ਹੋਈ ਆਕਸੀਜਨ ਜਦੋਂ ਬੰਦੇ ਨੇ ਆਪਣੇ ਕੋਲੋਂ ਦੇਣੀ ਸ਼ੁਰੂ ਕਰ ਲਈ, ਇਕੱਠੀ ਕਰਕੇ, ਉਹਦਾ ਵੀ ਮੁੱਲ ਲੈਣ ਲੱਗ ਪਿਆ। ਪਾਣੀ ਕਿੰਨੇ ਬਣਾਇਆ? ਰੱਬ ਨੇ। ਬੰਦਾ ਆਪ ਸਿਰਫ ਇੰਨੀ ਮਸ਼ੱਕਤ ਕਰ ਰਿਹਾ ਕਿ ਪਾਣੀ ਨੂੰ ਬੋਤਲ ਵਿੱਚ ਭਰ ਕੇ ਤੇ ਉਹਨੂੰ ਸਟੋਰ ਕਰ ਰਿਹਾ। ਸਟੋਰ ਕਰਕੇ ਜਦੋਂ ਉਹਨੇ ਦਿੱਤਾ, ਉਹਦਾ ਵੀ ਮੁੱਲ ਲੈਣ ਲੱਗ ਪਿਆ। ਹੈ ਤੇ ਰੱਬ ਦੀਆਂ ਹੀ ਦਾਤਾਂ ਨਾ, ਰੱਬ ਦੀਆਂ ਦਾਤਾਂ ਤੋਂ ਬਿਨਾਂ ਨਹੀਂ। ਪਾਣੀ ਜੇ ਆਪਾਂ ਗੱਲ ਕਰਾਂਗੇ ਤੇ ਪੀਣ ਵਾਲਾ ਪਾਣੀ ਜਿਹੜਾ ਅੱਜ ਕੀ ਹੈ, ਉਹ ਵੀ ਬੋਤਲਾਂ ਵਿੱਚ ਭਰ ਭਰ ਕੇ ਮੁੱਲ ਵੇਚਿਆ ਜਾ ਰਿਹਾ। ਹੈ ਤੇ ਰੱਬ ਦਾ ਹੀ ਬਣਾਇਆ। ਆਕਸੀਜਨ ਰੱਬ ਦੀ ਬਣਾਈ, ਜਿਹੜਾ ਕਹਿ ਲਓ ਪਾਣੀ ਹੈ ਉਹ ਵੀ ਰੱਬ ਦਾ ਬਣਾਇਆ। ਹਰ ਚੀਜ਼ ਜਿਹੜੀ ਅਕਾਲ ਪੁਰਖ ਪਰਮੇਸ਼ਵਰ ਨੇ ਬਣਾਈ ਹੈ, ਜਦੋਂ ਬੰਦਾ ਉਸ ਚੀਜ਼ ਨੂੰ ਵੇਚਦਾ ਹੈ। ਹੁਣ ਜ਼ਮੀਨ ਦੀ ਜੇ ਆਪਾਂ ਗੱਲ ਕਰਾਂਗੇ, ਧਰਤੀ ਦੀ ਗੱਲ ਕਰਾਂਗੇ, ਧਰਤੀ ਕਿੰਨੇ ਬਣਾਈ ਹੈ? ਰੱਬ ਨੇ। ਬੰਦਾ ਧਰਤੀ ਦਾ ਮੁੱਲ ਪਾਈ ਜਾਂਦਾ ਹੈ। ਇੰਨੇ ਗਜ਼ ਮੈਂ ਇੰਨੇ ਦੀ ਦੇਣੀ ਜੀ, ਇੰਨੇ ਗਜ਼ ਮੈਂ ਇੰਨੇ ਦੀ ਵੇਚਾਂਗਾ, ਜਾਂ ਇੰਨੇ ਗਜ਼ ਮੈਂ ਇੰਨੇ ਦੀ ਖਰੀਦੀ ਹੈ, ਇੰਨੇ ਏਕੜ ਮੈਂ ਇੰਨੇ ਦੀ ਵੇਚ ਰਿਹਾ। ਜਿਸ ਦਿਨ ਇਨਸਾਨ ਦੀ ਆਪਾਂ ਬਾਤ ਕਰਾਂਗੇ, ਤੇ ਹੁਣ ਰੱਬ ਅਕਾਲ ਪੁਰਖ ਪਰਮੇਸ਼ਵਰ ਜੇ ਧਰਤੀ ਬਣਾਉਂਦਾ ਹੀ ਨਾ, ਤੇ ਬੰਦਾ ਕਿੱਥੋਂ ਵੇਚ ਲੈਂਦਾ? ਜੇ ਰੱਬ ਇਹ ਆਕਸੀਜਨ ਦੇਵੇ ਹੀ ਨਾ, ਤੇ ਫਿਰ ਇਨਸਾਨ ਕਿੱਥੋਂ ਵੇਚ ਲੈਂਦਾ? ਉਹ ਅਕਾਲ ਪੁਰਖ ਪਰਮੇਸ਼ਵਰ ਨੇ ਜੋ ਵੀ ਸਾਜਿਆ, ਜੋ ਸਿਰਜਿਆ, ਉਹਦੇ ਨਾਮ ਦੀ ਬਾਤ ਕਰ ਲਓ, ਉਹਦੀ ਕੁਦਰਤ ਦੀ ਬਾਤ ਕਰ ਲਓ, ਸਾਰੀ ਅਮੋਲਕ ਹੈ। ਹੋਰ ਤੇ ਗੱਲਾਂ ਛੱਡੋ, ਬੰਦੇ ਦੀ ਜੇ ਗੱਲ ਕਰ ਲਾਂਗੇ, ਜੋ ਰੱਬ ਨੇ ਬਣਾਇਆ, ਇਹ ਵੀ ਅਮੋਲਕ ਹੈ। ਕੀ ਬੰਦੇ ਦੀਆਂ ਅੱਖਾਂ ਦੀ ਕੀਮਤ ਹੈ? ਕਿੰਨਾ ਕੁ ਮੁੱਲ ਦੇ ਲਓਗੇ ਤੁਸੀਂ ਅੱਖਾਂ? ਕਿਸੇ ਨੂੰ ਕਹਿ ਦਿਓ ਵੀ ਆ ਲੈ ਭਾਈ, ਮੇਰੇ ਕੋਲੋਂ ਤੂੰ ਕਰੋੜ ਰੁਪਈਆ ਲੈ ਲਾ ਤੇ ਆਪਣੀਆਂ ਅੱਖਾਂ ਮੈਨੂੰ ਦੇ ਦੇ, ਦੇ ਦੇਗਾ ਅਗਲਾ? ਮਜਬੂਰੀ ਉਹਦੀ ਨਾ ਹੋਵੇ। ਜਾਂ ਕੋਈ ਜੀਵੇ ਆਖੇ ਵੀ ਤੂੰ ਆਪਣੀ ਬਾਡੀ ਵਿਚਲਾ ਸਾਰਾ ਖੂਨ ਦਾਨ ਕਰ ਦੇ, ਤੈਨੂੰ ਇੰਨੇ ਪੈਸੇ ਸਾਰੇ ਖੂਨ ਦੇ ਬਦਲੇ 'ਚ ਦੇਣੇ ਆ, ਤੇ ਤੂੰ ਉਦੋਂ ਬਾਅਦ ਜਦੋਂ ਖੂਨ ਦੇ ਦੇਗਾ ਤੇਰੀ ਮੌਤ ਹੋ ਜਾਣੀ, ਤੇ ਬੰਦਾ ਪੈਸੇ ਲੈ ਲੇਗਾ? ਬੰਦੇ ਨੂੰ ਇਹ ਕਹਿ ਦਿੱਤਾ ਜਾਏ ਤੂੰ ਆਪਣੀਆਂ ਦੋਵੇਂ ਬਾਹਾਂ ਵਡਵਾ ਦੇ, ਸਾਨੂੰ ਦੇ ਦੇ, ਤੈਨੂੰ ਇੰਨੇ ਪੈਸੇ ਦੇ ਦਾਂਗੇ, ਤੇ ਕੀ ਬੰਦਾ ਲੈ ਲੇਗਾ? ਇਨਸਾਨ ਦੇ ਕਿਹੜੇ ਸਰੀਰਕ ਅੰਗ ਦੀ ਬਾਤ ਕਰਾਂਗੇ? ਅਮੋਲਕ ਹੈ ਹਰ ਸਰੀਰਕ ਅੰਗ ਜਿੰਨੇ ਰੱਬ ਨੇ ਦਿੱਤੇ ਨੇ। ਤੇ ਬੰਦਾ ਇਹਨਾਂ ਦਾ ਮੁੱਲ, ਜੇ ਹੁਣ ਇਨਸਾਨ ਡੁਪਲੀਕੇਟ ਤਿਆਰ ਕਰਕੇ ਵੀ ਲਾਉਂਦਾ ਨਾ, ਤੇ ਕਿੰਨੇ ਕਿੰਨੇ ਲੱਖਾਂ ਰੁਪਏ, ਕਰੋੜਾਂ ਰੁਪਏ ਲੈ ਲੈਂਦਾ। ਰੱਬ ਨੇ ਤੇ ਸਾਰੇ ਅਸਲੀ ਲਾਏ, ਤੇ ਸਾਰੇ ਕੰਮ ਵੀ ਕਰਦੇ ਨੇ। ਰੱਬ ਨੇ ਕੋਈ ਲਿਮਟ ਨਹੀਂ ਸੀ ਦੇ ਕੇ ਭੇਜੀ ਵੀ ਆ ਲੈ, ਇਸ ਅੰਗ ਨਾਲ ਤੂੰ ਇੰਨਾ ਕੀ ਕੰਮ ਕਰਨਾ। ਵਜਨ ਚੁੱਕਣ ਲੱਗਿਆ ਉਹਨੇ ਕੋਈ ਲਿਮਟ ਨਹੀਂ ਦੱਸੀ, ਆਪਣੀ ਸਮਰੱਥਾ ਮੁਤਾਬਕ ਬੰਦਾ ਵਜਨ ਚੁੱਕ ਸਕਦਾ। ਤੇ ਜਦੋਂ ਡਾਕਟਰ ਲਾਉਂਦਾ ਕਿਤੇ ਨਕਲੀ, ਤੇ ਉਦੋਂ ਬਾਹਾਂ ਨੂੰ ਨਾਲ ਹੀ ਕਹਿ ਦਿੰਦਾ ਭਾਈ ਇਹਦੇ ਨਾਲ ਬਹੁਤਾ ਭਾਰ ਨਾ ਚੁੱਕੀ, ਮੇਰੀ ਕੋਈ ਗਰੰਟੀ ਨਹੀਂ ਹੈ। ਅੱਖ ਲਾਉਂਦਾ, ਰੱਬ ਨੇ ਜਦੋਂ ਅੱਖਾਂ ਲਾਈਆਂ, ਤੇ ਰੱਬ ਨੇ ਇਹ ਨਹੀਂ ਸੀਗਾ ਤੈਨੂੰ ਇੱਥੋਂ ਤੱਕ ਹੀ ਦਿਸੇਗਾ। ਹੁਣ ਬੰਦਾ ਆਕਾਸ਼ ਤੱਕ ਵੀ ਵੇਖੀ ਜਾਂਦਾ ਜਿੰਨਾ ਚਿਰ ਰੱਬ ਦੀਆਂ ਦਿੱਤੀਆਂ ਅੱਖਾਂ ਕੰਮ ਕਰ ਰਹੀਆਂ। ਤੇ ਜਦੋਂ ਬੰਦਾ ਅੱਖ ਲਾਉਂਦਾ, ਉਹ ਲਾਉਣ ਲੱਗਾ ਪਹਿਲਾਂ ਹੀ ਕਹਿ ਦਿੰਦਾ ਭਾਈ ਮੈਂ ਅੱਖ ਦੀ ਕਮੀ ਦੂਰ ਕਰ ਸਕਦਾ, ਤੈਨੂੰ ਅੱਖ ਨਾਲ ਦਿਸੇਗਾ, ਇਹਦਾ ਕੋਈ ਦਾਅਵਾ ਨਹੀਂ, ਮੈਂ ਇਹ ਗਰੰਟੀ ਨਹੀਂ ਲੈ ਸਕਦਾ ਤੈਨੂੰ ਦਿਸੇਗਾ। ਪੈਰਾਂ ਦੀ ਵੀ ਇਸੇ ਤਰ੍ਹਾਂ, ਰੱਬ ਦੇ ਦਿੱਤੇ ਪੈਰਾਂ ਨਾਲ ਜਿੰਨਾ ਮਰਜ਼ੀ ਤੁਰਿਆ ਜਾਏ, ਦੌੜਿਆ ਜਾਏ, ਭੱਜਿਆ ਜਾਏ, ਘੰਟਾ 2 ਘੰਟੇ ਰੈਸਟ ਕਰ ਲਏ ਬੰਦਾ ਫਿਰ ਠੀਕ। ਤੇ ਜੇ ਡਾਕਟਰ ਲਾਏ ਨਕਲੀ ਪੈਰ, ਤੇ ਉਹ ਪਹਿਲੋਂ ਕਹਿ ਦਿੰਦਾ ਸੱਜਣਾ ਬਹੁਤਾ ਨਾ ਤੁਰੀ, ਇਹਦੇ ਨਾਲ ਤੇਰੇ ਤੋਂ ਬਹੁਤਾ ਤੁਰਿਆ ਨਹੀਂ ਜਾਣਾ, ਲੰਮਾ ਸਫ਼ਰ ਨਾ ਇਹਦੇ ਨਾਲ ਤੈਅ ਕਰੀ। ਰੱਬ ਨੇ ਅਮੋਲਕ ਚੀਜ਼ਾਂ, ਅਮੋਲਕ ਦਾਤਾਂ ਸਾਨੂੰ ਦਿੱਤੀਆਂ। ਤੇ ਸਤਿਗੁਰੂ ਕਹਿੰਦੇ ਰਤਨ ਨਾਮ ਅਪਾਰ, ਉਹਦਾ ਨਾਮ ਜਿਹੜਾ ਰਤਨਾ ਵਰਗਾ ਅਪਾਰ ਹੈ। ਕੀਮ ਨਾ ਪਵੈ ਅਮੁੱਲੋ,
ਤੇ ਅਸੀਂ ਉਹਦੇ ਨਾਮ ਰੂਪੀ ਰਤਨ ਦੀ ਵੀ ਕਿਸੇ ਤਰ੍ਹਾਂ ਕੀਮਤ ਨਹੀਂ ਪਾ ਸਕਦੇ। ਜਿਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਖੇਡ ਤੇ ਸਾਰੀ ਇੱਥੇ ਹੈ ਭਾਈ। ਜਿਹ ਕਿਰਪਾਲ ਹੋਇਓ ਗੋਬਿੰਦ, ਜਿਹਦੇ ਉੱਤੇ ਉਹ ਧਰਤੀ ਦਾ ਆਪ ਸਹਾਰਾ ਮਾਲਕ ਕਿਰਪਾਲੂ ਹੋ ਜਾਏ, ਆਪ ਕਿਰਪਾ ਕਰ ਦੇ, ਸਰਬ ਸੁਖ ਤਿਨਹੁ ਪਾਏ। ਅਸਲ ਵਿੱਚ ਸਾਰੇ ਸੁਖ ਉਹੀ ਮਾਣਦੇ ਨੇ ਜਿਹਦੇ ਉੱਤੇ ਰੱਬ ਆਪ ਕਿਰਪਾਲੂ ਹੋ ਜਾਏ। ਜੇ ਰੱਬ ਆਪ ਕਿਰਪਾਲੂ ਨਾ ਹੋਵੇ, ਬੰਦਾ ਸੁੱਖ ਦੀਆਂ ਵਸਤੂਆਂ ਇਕੱਠੀਆਂ ਕਰਦਾ ਵੀ ਦੁਖੀ ਹੋਈ ਜਾਂਦਾ ਹੈ, ਸੁੱਖ ਮਾਨਣ ਦਾ ਯਤਨ ਕਰਦਾ ਵੀ ਤਕਲੀਫਾਂ ਵਿੱਚ ਬੈਠੀ ਜਾਂਦਾ ਹੈ। ਜਿਵੇਂ ਜਿਵੇਂ ਜਿਹਨੂੰ ਸਤਿਗੁਰੂ ਜੀ ਨੇ ਆਖਿਆ ਸੀ ਨਾ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ। ਤੇ ਕਿਹੜਾ ਬੰਦਾ ਜਿਹੜਾ ਅੱਜ ਕਹਿ ਦੇਗਾ ਮੈਂ ਸੁਖੀ ਹਾਂ? ਸੰਸਾਰ ਦਾ ਜੇ ਕਿਤੇ ਮੁਆਇਨਾ ਕਰੀਏ ਨਾ, ਸਰਵੇ ਕਰੀਏ, ਕੁਝ ਗਿਣਤੀ ਦੇ ਪਰਸਨਸ ਹੋਣਗੇ ਜਿਹੜੇ ਸੁਖੀ ਹੋਣਗੇ, ਤੇ ਉਹ ਜਿਹੜੇ ਗਿਣਤੀ ਦੇ ਪਰਸਨ ਨੇ ਨਾ, ਗਿਣਤੀ ਦੇ ਬੰਦੇ, ਉਹਨਾਂ ਕੋਲੋਂ ਪੁੱਛ ਕੇ ਵੇਖੋ ਤੁਹਾਡੇ ਸੁੱਖ ਦਾ ਕਾਰਨ ਕੀ ਹੈ, ਤੇ ਨਤੀਜਾ ਪਤਾ ਕੀ ਨਿਕਲਣਾ ਜੀ? ਅਸੀਂ ਰੱਬ ਦੇ ਸਹਾਰੇ ਤੇ ਰਹਿੰਦੇ ਹਾਂ, ਅਸੀਂ ਰੱਬ ਦੇ ਆਧਾਰ ਤੇ ਬੈਠੇ ਹਾਂ, ਤਾਂ ਅਸੀਂ ਸੁਖੀ ਹਾਂ। ਤੇ ਇਸੇ ਸਰਵੇ ਵਿੱਚ ਜਦੋਂ ਦੁਖੀਆਂ ਦੀ ਗੱਲ ਕਰਾਂਗੇ ਤੇ ਫਿਰ ਸਾਰਾ ਸੰਸਾਰ ਬਹੁਤਾਤ ਦੁਖੀ ਹੈ। ਉਹਨਾਂ ਨੂੰ ਪੁੱਛ ਕੇ ਵੇਖੋ, ਅਮੀਰ ਤੋਂ ਅਮੀਰ ਕੋਲ ਜਾ ਕੇ ਪੁੱਛ ਕੇ ਵੇਖੋ ਵੀ ਤੁਹਾਡੇ ਕੋਲ ਸੁੱਖ ਹੈ, ਤੇ ਉਹਦਾ ਨਾ ਸ਼ਾਇਦ ਜਵਾਬ ਇਹ ਹੋਵੇ ਅਮੀਰਜ਼ਾਦੇ ਦਾ, ਜੀ ਮੇਰੇ ਕੋਲ ਸੁੱਖ ਤੇ ਹਰ ਹੈ, ਪਰ ਮੇਰੀ ਔਲਾਦ ਕਹਿਣੇ ਵਿੱਚ ਨਹੀਂ, ਮੈਂ ਉਧਰੋਂ ਦੁਖੀ ਹਾਂ। ਤੇ ਹੋ ਸਕਦਾ ਹੈ ਉਹਦੇ ਕੋਲ ਸਾਰੇ ਸੁੱਖ ਹੋਣ, ਉਹਦੀ ਔਲਾਦ ਕਹਿਣੇ ਵਿੱਚ ਹੋਵੇ, ਉਹ ਕਹਿ ਦੇਗਾ ਮੇਰੇ ਕੋਲ ਸਰੀਰਕ ਤੰਦਰੁਸਤੀ ਨਹੀਂ, ਮੈਂ ਇਧਰੋਂ ਦੁਖੀ ਹਾਂ। ਹੁਣ ਸੁੱਖਾਂ ਵਾਲੀਆਂ ਹਰ ਵਸਤੂਆਂ ਉਹਦੇ ਕੋਲ ਨੇ, ਪਰ ਸੁੱਖ ਫਿਰ ਵੀ ਨਹੀਂ। ਤੇ ਇੱਕ ਜਿਹਦੇ ਕੋਲ ਹੈ ਕੁਝ ਵੀ ਨਹੀਂ, ਹੋ ਸਕਦਾ ਉਹ ਘਰ ਤੋਂ ਵੀ ਬੇਘਰ ਹੋਵੇ, ਉਹਨੂੰ ਪੁੱਛੋ ਭਾਈ ਤੇਰੇ ਕੋਲ ਜ਼ਿੰਦਗੀ 'ਚ ਇੰਨੀ ਖੁਸ਼ੀ ਕਿੱਥੋਂ? ਅਗਲਾ ਕਹਿੰਦਾ ਬੜੇ ਹਿੱਕ ਥਾਪੜ ਕੇ ਮਾਣ ਨਾਲ ਕਹਿੰਦਾ, ਉਹ ਮੈਂ ਰੱਬ ਦੇ ਸਹਾਰੇ ਜਿਉਣਾ, ਮੈਂ ਬੰਦਿਆਂ ਦੇ ਸਹਾਰੇ ਨਹੀਂ ਜਿਉਂਦਾ, ਮੈਂ ਮਨੁੱਖਾਂ ਦੇ ਸਹਾਰੇ ਨਹੀਂ ਜਿਉਂਦਾ, ਰੱਬ ਦੇ ਆਸਰੇ ਤੇ ਮੈਂ ਜੀਵਨ ਬਤੀਤ ਕਰਦਾ, ਮੈਂ ਖੁਸ਼ ਹਾਂ, ਮੈਨੂੰ ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ। ਮੈਨੂੰ ਇਸ ਗੱਲ ਤੇ ਮਾਣ ਹੈ ਤੇ ਮੈਨੂੰ ਇਸ ਗੱਲ ਤੇ ਭਰੋਸਾ ਵੀ ਹੈ, ਰੱਬ ਜੋ ਕਰੇਗਾ ਮੇਰੇ ਲਈ ਚੰਗਾ ਹੀ ਕਰੇਗਾ, ਇਸ ਕਰਕੇ ਮੈਂ ਖੁਸ਼ ਹਾਂ, ਕਿਉਂਕਿ ਰੱਬ ਕਦੇ ਮਾੜਾ ਨਹੀਂ ਕਰ ਸਕਦਾ। ਤੇ ਜਿਹੜਾ ਦੁਖੀ ਹੈ ਉਹਨੂੰ ਇਹ ਲੱਗ ਰਿਹਾ ਰੱਬ ਜੋ ਕਰਦਾ ਹੈ ਮੇਰੇ ਨਾਲ, ਉਹਨੇ ਜੋ ਕੀਤਾ ਉਹ ਮਾੜਾ ਕੀਤਾ, ਬਾਕੀਆਂ ਲਈ ਚੰਗਾ ਕਰ ਰਿਹਾ, ਇਸ ਕਰਕੇ ਬੰਦਾ ਦੁਖੀ ਹੋ ਰਿਹਾ। ਜਿਸ ਦਿਨ ਅਸੀਂ ਇਹ ਸਮਝ ਲਾਂਗੇ ਨਾ ਰੱਬ ਕਦੇ ਕਿਸੇ ਨਾਲ ਮਾੜਾ ਨਹੀਂ ਕਰਦਾ ਤੇ ਉਹਨੇ ਕਦੇ ਕਿਸੇ ਨਾਲ ਮਾੜਾ ਕੀਤਾ ਵੀ ਨਹੀਂ, ਸਾਡੀ ਜ਼ਿੰਦਗੀ 'ਚੋਂ ਅੱਧੇ ਦੁੱਖ ਮੁੱਕ ਜਾਣਗੇ ਤੇ ਅੱਧੇ ਦੁੱਖ ਉਹ ਹੋਣਗੇ ਜਿਹੜੇ ਅਸੀਂ ਆਪਣੇ ਹੱਥੀਂ ਆਪ ਸਹੇੜੇ ਨੇ। ਰੱਬ ਦੇ ਭਰੋਸੇ ਤੇ ਜਿੱਦਣ ਅਸੀਂ ਆ ਗਏ, ਵਿਸ਼ਵਾਸ ਤੇ ਵੀ ਰੱਬ ਜੋ ਕਰਦਾ ਭਲੇ ਲਈ ਕਰਦਾ, ਤੇ ਸੱਚ ਕਰਕੇ ਜਾਣਿਓ ਅੱਧੇ ਨਾਲੋਂ ਜ਼ਿੰਦਗੀ ਅਸੀਂ ਆਪਣੀ ਖੁਸ਼ਹਾਲ ਬਣਾ ਲੈਣੀ ਹੈ। ਤੇ ਕੋਸ਼ਿਸ਼ ਇਹੀ ਕਰੀਏ ਅਸੀਂ ਸੁੱਖਾਂ ਵਾਲੀਆਂ ਵਸਤੂਆਂ ਲੱਭਣ ਦੀ ਬਜਾਏ ਤੇ ਉਹਨਾਂ ਨੂੰ ਜੋੜਨ ਦੀ ਬਜਾਏ ਸੁੱਖਾਂ ਦੇ ਦਾਤੇ ਨੂੰ ਕਿਤੇ ਸਿਮਰਨ ਲੱਗ ਜਾਈਏ, ਸੁੱਖਾਂ ਦੇ ਦਾਤੇ ਨੂੰ ਚੇਤੇ ਕਰਨ ਲੱਗ ਜਾਈਏ। ਜਦੋਂ ਸੁੱਖਾਂ ਦਾ ਦਾਤਾ ਸਾਡੇ ਜਿਹਨ ਵਿੱਚ, ਸਾਡੇ ਚਿੰਤਨ ਵਿੱਚ ਆ ਗਿਆ ਤੇ ਸਾਨੂੰ ਸੁੱਖ ਲੱਭਣੇ ਨਹੀਂ ਪੈਣਗੇ, ਸੁੱਖ ਆਪਣੇ ਆਪ ਸਾਡੇ ਜੀਵਨ ਦੇ ਵਿੱਚ ਆ ਜਾਵਣਗੇ। ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ। ਕਹਿੰਦੇ ਐਸੇ ਪਰਮਾਤਮਾ ਵਰਗੇ ਗੁਣਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਉਹਨਾਂ ਨੂੰ ਪਰਸਿਆ, ਉਹਨਾਂ ਨੂੰ ਅਰਾਧਿਆ, ਉਹਨਾਂ ਨੂੰ ਸੇਵਿਆ, ਉਹਨਾਂ ਨੂੰ ਚੇਤੇ ਕੀਤਾ, ਤੇ ਬਹੁੜ ਫਿਰ ਜੋਨ ਨਾ ਆਏ, ਉਹ ਮੁੜ ਕੇ ਕਦੇ ਜੋਨ ਵਿੱਚ ਨਹੀਂ ਆਏ, ਜੂਨਾਂ ਵਿੱਚ ਉਹਨਾਂ ਨੂੰ ਨਹੀਂ ਆਉਣਾ ਪੈਂਦਾ, ਕਿਉਂਕਿ ਉਹ ਆਪ ਅਜੂਨੀ ਹੈ। ਜਿਹੜਾ ਉਹਦਾ ਸਹਾਰਾ ਲੈ ਲੈਂਦਾ ਉਹ ਵੀ ਜੂਨਾਂ ਤੋਂ ਰਹਿਤ ਹੋ ਜਾਂਦਾ, ਉਹਨੂੰ ਵੀ ਫਿਰ ਉਹ ਜੰਮਣ ਮਰਨ ਦੇ ਗੇੜ ਵਿੱਚ, ਜੂਨਾਂ ਦੇ ਗੇੜ ਵਿੱਚ ਨਹੀਂ ਪੈਣ ਦਿੰਦਾ। ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਮ ਦਾ, ਉਹਨਾਂ ਦੇ ਆਸਰਾ, ਉਹਨਾਂ ਦੇ ਨਾਮ ਦਾ ਆਧਾਰ,
ਉਹਨਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ, ਉਹਨਾਂ ਦੇ ਦਰਸਾਏ ਜੀਵਨ ਮਾਰਗ ਦੇ ਉੱਤੇ ਜਿਹੜਾ ਚੱਲਣ ਦੀ ਜਾਚ ਸਿੱਖ ਲੈਂਦਾ ਹੈ, ਜਿਹਨੂੰ ਤੁਰਨਾ ਆ ਜਾਂਦਾ, ਫਿਰ ਉਹ ਦੁਬਾਰਾ ਜੂਨ ਵਿੱਚ ਕਦੇ ਨਹੀਂ ਆਉਂਦੇ। ਉਹਨਾਂ ਦਾ ਜੰਮਣਾ ਤੇ ਮਰਨਾ ਮੁੱਕ ਜਾਂਦਾ। ਸੰਸਾਰਕ ਤੌਰ ਦੇ ਉੱਤੇ ਉਹ ਆਪਣੇ ਜੀਵਨ ਨੂੰ ਮੁਕਤ ਕਰ ਲੈਂਦੇ। ਜਿਉਂਦੇ ਜੀ ਮੁਕਤੀ ਦੀ ਦਾਤ ਮਿਲ ਜਾਂਦੀ ਹੈ ਤੇ ਮੁੜ ਕੇ ਜਿਹੜਾ ਜਿਉਂਦੇ ਜੀ ਮੁਕਤ ਹੋ ਜਾਏ, ਉਹਨੂੰ ਫਿਰ ਨਾ ਜੰਮਣ ਦੀ ਚਿੰਤਾ ਤੇ ਨਾ ਮੌਤ ਦੀ ਚਿੰਤਾ। ਮੌਤ ਦੀ ਚਿੰਤਾ ਉਸੇ ਨੂੰ ਜਿਹੜਾ ਜੰਮਿਆ ਹੈ, ਤੇ ਜੰਮਣ ਦੀ ਚਿੰਤਾ ਉਸੇ ਨੂੰ ਜਿਹੜਾ ਮਰਿਆ ਹੈ। ਜਿਹੜਾ ਨਾ ਮਰਿਆ ਤੇ ਨਾ ਜੰਮਿਆ, ਉਹਨੂੰ ਨਾ ਮੌਤ ਦੀ ਚਿੰਤਾ ਤੇ ਨਾ ਜਨਮ ਦੀ ਚਿੰਤਾ। ਇਸ ਲਈ ਕੋਸ਼ਿਸ਼ ਇਹ ਕਰਿਆ ਕਰੀਏ, ਸੱਚ ਦਾ ਆਧਾਰ ਆਸਰਾ ਲੈ ਕੇ ਗੁਰੂ ਨਾਨਕ ਸਾਹਿਬ ਦੇ ਦਰਸਾਏ ਜੀਵਨ ਮਾਰਗ ਦੇ ਉੱਤੇ ਅਸੀਂ ਤੁਰੀਏ, ਤੇ ਉਹਨਾਂ ਦੇ ਦਰਸਾਏ ਜੀਵਨ ਮਾਰਗ ਤੇ ਚੱਲਦਿਆਂ ਹੋਇਆਂ ਕਿਤੇ ਅਸੀਂ ਆਪਣੇ ਜੀਵਨਾਂ ਨੂੰ ਸਫਲ ਬਣਾ ਲਈਏ, ਜ਼ਿੰਦਗੀਆਂ ਆਪਣੀਆਂ ਸਫਲ ਬਣਾ ਲਈਏ, ਤਾਂ ਜੋ ਉਸ ਮਾਲਕ ਦੇ ਦਰ ਤੇ ਜਿੱਦਣ ਜਾਈਏ ਤੇ ਉਹਦੀ ਦਰਗਾਹ 'ਚ ਅਸੀਂ ਕਬੂਲ ਪੈ ਜਾਈਏ। ਉਹਦੇ ਦਰ ਤੇ ਸਾਨੂੰ ਮਾਣ, ਅਦਬ ਔਰ ਸਤਿਕਾਰ ਦੇ ਨਾਲ ਅਸੀਂ ਕਹਿ ਸਕੀਏ ਕਿ ਅਸੀਂ ਆਪਣਾ ਜੀਵਨ ਸਫਲ ਕਰਕੇ ਆਏ ਹਾਂ। ਨਾ ਜੰਮਣ ਦੀ ਚਿੰਤਾ ਤੇ ਨਾ ਮਰਨ ਦਾ ਡਰ। ਗੁਰੂ ਸਾਹਿਬ ਕਿਤੇ ਰਹਿਮਤ ਕਰਨ, ਸੱਚੇ ਅਕਾਲ ਪੁਰਖ ਪਰਮੇਸ਼ਵਰ ਦੇ ਘਰ ਵੱਲ ਨੂੰ ਜਾਂਦੇ ਮਾਰਗ ਤੇ ਚੱਲਣਾ ਆ ਜਾਏ। ਮਾਲਕ ਅੱਗੇ ਅਰਦਾਸ ਬੇਨਤੀ ਨਿਤਾ ਪ੍ਰਤੀ ਕਰਦੇ ਰਿਹਾ ਕਰੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਜੀ ਮਿਹਰ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀ ਦਾਤ ਗੁਰਸਿੱਖੀ ਜੀਵਨ ਨਾਲ ਭਰ ਦੇਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ। ਜਿਹ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੁ ਪਾਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੋਨ ਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।